ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ ਤੇ ਦੋ ਡਿਬੇਟ ਦੋ ਮੁੱਦੇ ਤੁਹਾਡੀਆਂ ਬਹਿਸਾਂ ਤੇ ਯਾਰਾਂ ਦੋਸਤਾਂ ਦੀਆਂ ਮਹਿਫਲਾਂ ਵਿੱਚ ਅੱਜਕੱਲ ਭਿੜ ਰਹੇ ਨੇ। ਪਹਿਲਾ ਤਾਂ ਇਹ ਕਿ ਸਰਕਾਰ ਕਿਸ ਦੀ ਬਣੇਗੀ, ਕਾਂਗਰਸ ਕਿ ਆਮ ਆਦਮੀ ਪਾਰਟੀ ਕਿ ਅਕਾਲੀ ਭਾਜਪਾ ਜਾਂ ਕੋਈ ਹੋਰ ਦੁਬਾਰਾ ਮਿਲ ਜਾਣਗੇ ਜੇ ਕਿਸੇ ਦੀ ਬਹੁਗਿਣਤੀ ਨਾ ਆਈ, ਕਿਹੜੀ ਪਾਰਟੀ ਵਿੱਚ ਟੁੱਟ ਭੱਜ ਹੋਵੇਗੀ ਤੇ ਜੇ ਸਿੱਧੂ ਅੰਮ੍ਰਿਤਸਰ ਈਸਟ ਹਾਰ ਗਿਆ ਤੇ ਉਹਦਾ ਕੀ ਬਣੇਗਾ। ਦੂਸਰਾ ਮੁੱਦਾ ਇਹ ਕਿ ਯੂਕਰੇਨ ਦਾ ਕੀ ਹੋਵੇਗਾ। ਤੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕਿਹੜੇ ਮੁੱਦੇ ਨੇ ਪੰਜਾਬ ਨੂੰ ਆਰੇ ਲਾਈ ਰੱਖਿਆ ਪਿਛਲੇ ਦਿਨੀ। ਸ਼ਾਇਦ ਹਾਲੇ ਵੀ ਬਹੁਤ ਸਾਰੇ ਦਰਸ਼ਕਾਂ ਦੀ ਦਿਲਚਸਪੀ ਇਹਦੇ ਵਿੱਚ ਹੋਵੇ ਕਿ ਸਿਆਣੇ ਬੰਦਿਆਂ ਨੂੰ ਬੁਲਾ ਕੇ ਪੁੱਛੋ ਕਿ ਸਰਕਾਰ ਕਿਹਦੀ ਬਣੇਗੀ ਪੰਜਾਬ ਵਿੱਚ। ਪਰ ਹੁਣ ਕਿਉਂਕਿ ਹਵਾਈ ਜਹਾਜ਼ਾਂ ਤੋਂ ਬੰਬ ਡਿੱਗਣੇ ਸ਼ੁਰੂ ਹੋ ਗਏ ਨੇ, ਫੌਜਾਂ ਚੜ੍ਹ ਕੇ ਆ ਗਈਆਂ ਹਨ, ਦੁਨੀਆ ਇੱਕ ਵਾਰੀ ਫਿਰ ਸੀਤ ਯੁੱਧ ਵਿੱਚ ਪ੍ਰਵੇਸ਼ ਕਰਦੀ ਦਿਖਾਈ ਦੇ ਰਹੀ ਹੈ। ਸਾਡੇ ਹਜ਼ਾਰਾਂ ਬੱਚੇ ਜਿਹੜੇ ਡਾਕਟਰ ਬਣਨ ਯੂਕਰੇਨ ਗਏ ਸਨ, ਉੱਥੇ ਜੰਗ ਵਿੱਚ ਫਸ ਗਏ ਹਨ। ਤੇਲ ਦੀਆਂ ਕੀਮਤਾਂ ਅਸਮਾਨੀ ਚੜ੍ਹਨ ਨੂੰ ਫਿਰਦੀਆਂ ਹਨ ਤੇ ਕਰੋੜਾਂ ਨੂੰ ਰੋਟੀ ਦੇ ਲਾਲੇ ਪੈਣ ਵਾਲੇ ਹਨ। 21ਵੀਂ ਸਦੀ ਵਿੱਚ ਅਮਨ ਪਸੰਦ ਸ਼ਹਿਰੀ ਉਹਨਾਂ ਹਾਲਾਤਾਂ ਵਿੱਚ ਆ ਗਏ ਹਨ ਜਿੱਥੇ ਅੱਧੀ ਰਾਤੀ ਤੁਹਾਡੇ ਘਰ ਤੇ ਮਿਜ਼ਾਈਲ ਡਿੱਗ ਸਕਦੀ ਹੈ। ਤੇ ਆਪਾਂ ਯੂਕਰੇਨ ਬਾਰੇ ਹੁਣ ਗੱਲ ਕਰ ਲਈਏ। ਇੱਕ ਵਾਰੀ ਜੰਗ ਸ਼ੁਰੂ ਹੋ ਜਾਵੇ ਤਾਂ ਦੁਨੀਆ ਦਾ ਕੋਈ ਮੁਲਕ ਬਹੁਤੀ ਦੂਰ ਨਹੀਂ ਹੁੰਦਾ, ਸੇਕ ਸਭਨਾਂ ਦੇ ਘਰ ਤੱਕ ਆਉਂਦਾ। ਇਸ ਲਈ ਇਸ ਬਾਰੇ ਗੱਲ ਕਰਨ ਲਈ ਅੱਜ ਸਾਡੇ ਨਾਲ ਜੁੜ ਰਹੇ ਨੇ ਸਰਦਾਰ ਹਮੀਰ ਸਿੰਘ ਜੀ, ਸੀਨੀਅਰ ਪੱਤਰਕਾਰ ਨੇ। ਅੰਤਰਰਾਸ਼ਟਰੀ ਘਟਨਾਕ੍ਰਮ ਤੇ ਸਾਡੇ ਪੰਜਾਬ ਵਿੱਚ ਪੰਜਾਬ ਮਾਡਲ ਤੇ ਹੋਰਨਾਂ ਮਾਡਲਾਂ ਬਾਰੇ ਚਲਦੀਆਂ ਬਹਿਸਾਂ ਦੇ ਵਿਚਕਾਰਲੀਆਂ ਤੰਦਾਂ ਕਿਵੇਂ ਜੁੜਦੀਆਂ ਨੇ। WTO ਜੇ ਕੋਈ ਫੈਸਲਾ ਲੈਂਦਾ ਤਾਂ ਸਿੰਘੂ ਬਾਰਡਰ ਦੇ ਮੋਰਚੇ ਨਾਲ ਉਹਦੇ ਕਨੈਕਸ਼ਨ ਕਿਵੇਂ ਬਣਦੇ ਨੇ। ਨਾਟੋ ਤੇ ਵਾਰਸਾ ਦੇ ਆਪਸੀ ਜੇ ਸਬੰਧ ਖਰਾਬ ਹੁੰਦੇ ਨੇ ਤਾਂ ਰੋਟੀ ਦੇ ਲਾਲੇ ਗਰੀਬਾਂ ਦੇ ਘਰਾਂ 'ਚ ਕਿਵੇਂ ਪੈਂਦੇ ਨੇ। ਇਹਨਾਂ ਸਬੰਧਾਂ ਅੰਤਰ ਦਵੰਦਾਂ ਨੂੰ ਬੜੀ ਨੇੜਿਓਂ ਨਜਿੱਠਦੇ ਨੇ। ਸਾਡੇ ਨਾਲ ਜੁੜ ਰਹੇ ਨੇ ਪ੍ਰੋਫੈਸਰ ਮੁਹੰਮਦ ਖਾਲਿਦ ਜੀ, ਰਾਜਨੀਤਿਕ ਵਿਗਿਆਨ ਦੇ ਸ਼ੋਬੇ ਨਾਲ ਵਾਬਸਤਾ ਨੇ। ਇੱਕ ਲੰਬੇ ਸਮੇਂ ਤੋਂ ਦੁਨੀਆ ਦੇ ਵਿੱਚ ਪਾਵਰ ਇਕੁਏਸ਼ਨਸ ਕਿਵੇਂ ਬਣਦੀਆਂ ਟੁੱਟਦੀਆਂ ਆਈਆਂ ਨੇ, ਕੋਲਡ ਵਾਰ ਤੋਂ ਬਾਅਦ ਦੀਆਂ ਪਾਵਰ ਇਕੁਏਸ਼ਨਸ ਕਿਵੇਂ ਅਜੇ ਵੀ ਲਗਾਤਾਰ ਬਣ ਰਹੀਆਂ ਨੇ ਤੇ ਇਹ ਦੁਨੀਆ ਇੱਕ ਵਾਰੀ ਯੂਨੀਪੋਲਰ ਹੁੰਦੀ ਫਿਰ ਮਲਟੀਪੋਲਰ, ਫਿਰ ਹੁਣ ਕਿਤੇ ਬਾਈਪੋਲਰ ਵਰਗੀ ਦੋ ਧਿਰੀ ਕੋਈ ਤਾਕਤ ਦਾ ਨਮੂਨਾ ਪੇਸ਼ ਕਰ ਰਹੀ ਹੈ। ਇਸ ਸਾਰੇ ਨਜ਼ਾਰੇ ਨੂੰ ਇਹ ਬਹੁਤ ਧਿਆਨ ਨਾਲ ਸਮਝਦੇ ਨੇ। ਹਮੀਰ ਸਿੰਘ ਜੀ, ਜੋ ਕੁਝ ਯੂਕਰੇਨ ਵਿੱਚ ਹੋ ਰਿਹਾ ਹੈ, ਸਭ ਤੋਂ ਪਹਿਲੀ ਗੱਲ, ਵਾਈ ਸ਼ੁੱਡ ਵੀ ਬੀ ਵਰੀਡ? ਅਸੀਂ ਇਹਦੇ ਬਾਰੇ ਕਿਉਂ ਗੱਲ ਕਰੀਏ ਤੇ ਕਿਉਂ ਇਹ ਮੁੱਦਾ, ਭਾਵੇਂ ਜਿਸ ਵੇਲੇ ਸਾਡੀ ਸਾਰੀ ਸਿਆਸਤ ਭਖੀ ਹੋਈ ਸੀ ਤਾਂ ਇਹ ਸਾਡੀ ਸਿਆਸਤ ਦਾ ਹਿੱਸਾ ਕਿਉਂ ਨਹੀਂ ਸੀ। ਜਿਸ ਵੇਲੇ ਸਿਆਸਤ ਸਾਡੇ ਨਾਲ ਗੱਲ ਕਰ ਰਹੀ ਸੀ ਉਸ ਵੇਲੇ ਸਾਰੀ ਦੁਨੀਆ ਯੂਕਰੇਨ ਬਾਰੇ ਗੱਲ ਕਰ ਰਹੀ ਸੀ। ਕੀ ਉਸ ਵੇਲੇ ਅਸੀਂ ਖੁੰਝੇ ਹਾਂ ਤੇ ਅੱਜ ਸਾਨੂੰ ਕਿਉਂ ਚਿੰਤਾ ਕਰਨ ਦੀ ਜ਼ਰੂਰਤ ਹੈ? ਬਿਲਕੁਲ ਨਾਰਮਲੀ ਸਾਡੀ ਸਿਆਸਤ ਜਾਂ ਸਾਡਾ ਜਿਹੜਾ ਡਿਬੇਟ ਹੈ ਜਾਂ ਆਪਸ ਦੇ ਵਿੱਚ ਜਿਹੜਾ ਆਦਾਨ ਪ੍ਰਦਾਨ ਹੈ ਉਹ ਬਹੁਤ ਜ਼ਿਆਦਾ ਲੋਕਲਾਈਜ਼ ਹੋ ਜਾਂਦਾ ਹੈ ਤੇ ਬਹੁਤ ਜ਼ਿਆਦਾ ਇਹ ਹੈ ਕਿ ਜਦੋਂ ਸਿਰ ਤੇ ਪੈਂਦੀ ਹੈ ਮੇਰੇ ਖਿਆਲ ਉਦੋਂ ਅਸੀਂ ਗੱਲ ਕਰਨੀ ਸ਼ੁਰੂ ਕਰਦੇ ਹਾਂ। ਜਦੋਂ ਜ਼ਿਆਦਾ ਪੈ ਜਾਂਦੀ ਹੈ ਉਦੋਂ ਪਹਿਲਾਂ ਜਿਹੜੀਆਂ ਕੀ ਆ ਰਿਹਾ ਮਾਹੌਲ, ਕਿਹੜਾ ਡਰ ਕਿਹੜਾ ਖਤਰਾ, ਉਹਦੇ ਤੇ ਸਾਡਾ ਸੰਵਾਦ ਰਚਾਉਣ ਦਾ ਜਾਂ ਚਰਚਾ ਕਰਨ ਦਾ ਬਹੁਤ ਰਿਵਾਜ ਘੱਟ ਹੈ ਸਾਡੀ ਸੋਸਾਇਟੀ, ਸਾਡੇ ਸਮਾਜ ਦੇ ਵਿੱਚ। ਇੱਕ ਜਾਗੇ ਹੋਏ ਸਮਾਜ ਵਿੱਚ ਜਿਹੜਾ ਅੰਦੋਲਨ ਨਹੀਂ ਚੋ ਲੰਘ ਰਿਹਾ ਸੀ ਪੰਜਾਬ। ਬਿਲਕੁਲ ਕੱਲਾ ਅੰਦੋਲਨ ਚ ਉਹਦੇ ਨਹੀਂ, ਜਦੋਂ ਚੋਣਾਂ ਹੋ ਰਹੀਆਂ ਹੋਣ 5 ਰਾਜਾਂ ਦੇ ਵਿੱਚ ਬੜਾ ਵੱਡਾ ਪੱਧਰ ਦੇ ਉੱਤੇ ਇੱਕ ਸੈਟਅਪ ਹੋ ਰਿਹਾ, ਉਹਦੇ ਬਾਵਜੂਦ ਵੀ। ਔਰ ਇਹਦੇ ਨਾਲ ਦੀ ਨਾਲ ਇੱਕ ਗੱਲ ਹੋਰ ਹੈ ਕਿ ਹੁਣ ਤਾਂ ਘੱਟੋ ਘੱਟ ਜਿਹੜਾ ਸਾਡੇ ਲੋਕ ਨੇ ਪੰਜਾਬ ਦੇ ਵੀ ਔਰ ਭਾਰਤ ਦੇ ਵੀ, ਹੁਣ ਉਹਨਾਂ ਨੂੰ ਇਹ ਅਹਿਸਾਸ ਹੈ ਕਿ 1945 ਦੀ ਦੂਜੀ ਵਰਲਡ ਵਾਰ ਤੋਂ ਬਾਅਦ ਦੁਨੀਆ ਇੰਨੀ ਇੰਟਰਡਿਪੈਂਡੈਂਟ ਹੋ ਗਈ, ਇੰਨੀ ਅੰਤਰਨਿਰਭਰ ਹੈ। ਹੁਣ ਕੱਲਾ ਵਪਾਰ ਤੇ ਅਸਰ ਨਹੀਂ ਪੈਂਦਾ, ਹੁਣ ਤਾਂ ਹਰ ਇੱਕ ਦਾ ਜੀ, ਹਰ ਇੱਕ ਦਾ ਬੱਚਾ, ਮਤਲਬ 150 ਕੰਟਰੀ 'ਚ ਤਾਂ ਪੰਜਾਬੀ ਬੈਠਾ ਹੈ। ਜੇਕਰ ਡਾਇਰੈਕਟ ਵੀ ਆਪਾਂ ਗੱਲ ਕਰੀਏ ਕਿ ਕਿੱਥੇ ਕਿੰਨੇ ਬੰਦੇ ਨੇ, ਬੰਦੇ ਨਾ ਮਰ ਜਾਣ, ਜਾਨੀ ਨੁਕਸਾਨ ਨਾ ਹੋ ਜਾਏ, ਬਾਕੀ ਨਾ ਹੋ ਜਾਏ, ਫਿਰ ਸਾਡੀ ਰੋਜੀ ਰੋਟੀ ਡਾਇਰੈਕਟ ਜੁੜੀ ਹੈ। ਸਾਡੇ ਚੁੱਲ੍ਹੇ ਤੇ ਅਸਰ ਪੈ ਗਿਆ। ਅੱਜ ਦਿਨ ਪਹਿਲੇ ਦਿਨ ਹੀ ਰੂਸ ਦਾ ਉਹਦੇ ਤੇ ਆਇਆ, ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਚੁੱਲ੍ਹੇ ਤੇ ਕਿਵੇਂ ਅਸਰ ਪੈ ਗਿਆ। $100 ਦਾ ਮਤਲਬ ਪ੍ਰਤੀ ਬੈਰਲ ਰੇਟ ਹੋ ਗਿਆ ਕੱਚੇ ਤੇਲ ਦਾ। ਇਹ ਤਾਂ ਸ਼ਾਇਦ 7 ਮਾਰਚ ਨੂੰ ਉਡੀਕਦੇ ਨੇ ਕਿਉਂਕਿ ਯੂਪੀ ਦਾ ਇੱਕ ਲਾਸਟ ਜਿਹੜੀ ਚੋਣ ਹੋ ਜੇ ਤੇ ਪੈਟਰੋਲ ਡੀਜ਼ਲ ਪਹਿਲਾਂ ਵੀ ਕਿੰਨਾ ਵਧਿਆ, ਯੂਕਰੇਨ ਦੀ ਜੰਗ ਉਸ ਵੇਲੇ ਪੈਟਰੋਲ ਪੰਪਾਂ ਤੱਕ ਪਹੁੰਚ ਜਾਏਗੀ, ਉਹ ਪੈਟਰੋਲ ਪੰਪਾਂ ਤੱਕ ਪਹੁੰਚ ਗਈ। ਤੇ ਇਹਦੇ ਤੋਂ ਇਲਾਵਾ ਜਿਹੜਾ ਤੜਕਾ ਅਸੀਂ ਲਾਉਂਦੇ ਹਾਂ ਚੀਜ਼ਾਂ ਨੂੰ ਸਾਰੇ ਕਿਤੇ ਹੋਰ ਹੈ ਨਾ, ਸਾਡੀ ਸੂਰਜਮੁਖੀ 70% ਸਾਡੀ ਲੋੜ ਜਿਹੜੀ ਆ ਉਹ ਯੂਕਰੇਨ ਤੋਂ ਆਉਂਦੀ ਹੈ ਤੇ ਉਹਦੇ ਚੋਂ 20% ਦੇ ਕਰੀਬ ਰਸ਼ੀਆ ਚੋਂ ਤੇ 2% ਅਰਜਨਟੀਨਾ ਚੋਂ। ਯੂਕਰੇਨ ਤੇ ਰਸ਼ੀਆ ਕੋਲ ਮਿਲਾ ਕੇ ਆਪਸ ਵਿੱਚ 76% ਦੁਨੀਆ ਦੀਆਂ ਐਕਸਪੋਰਟਸ ਉਹਨਾਂ ਦੇ ਹੱਥ 'ਚ ਨੇ, ਉਹਦੇ ਹੱਥ 'ਚ ਨੇ ਉਸ ਪੱਧਰ ਦੇ ਉੱਤੇ। ਜਿਹੜੀਆਂ ਸਾਨੂੰ ਖਾਣ ਪੀਣ ਨੂੰ, ਮਤਲਬ ਜਿਹੜੀਆਂ ਚੀਜ਼ਾਂ ਸਾਡੇ ਆ ਪਿੱਛੇ ਅਸੀਂ ਕਹਿੰਦੇ ਮਹਿੰਗਾਈ ਇੰਨੀ ਵੱਧ ਗਈ, ਖਾਣ ਪੀਣ ਦੀਆਂ ਚੀਜ਼ਾਂ, ਰਸੋਈ ਦੇ ਵਿੱਚ ਘਿਓ ਤਾਂ ਦੂਰ ਦੀ ਗੱਲ ਹੈ, ਤੇਲ ਜਿਹੜੇ ਨੇ। ਬਿਲਕੁਲ।
ਔਰ ਇਹ ਇਸ ਗੱਲ ਕਰਕੇ ਵੀ ਜੁੜਦਾ, ਜਿਹੜਾ ਅੰਦੋਲਨ ਦੀ ਆਪਾਂ ਗੱਲ ਕਰ ਰਹੇ ਹਾਂ, ਡਿਬੇਟ ਕਿਉਂ ਨਹੀਂ ਮੈਨੂੰ ਨਹੀਂ ਇਹ ਸਮਝ ਆਈ, ਉਹ ਇਸ ਕਰਕੇ ਵੀ ਜੁੜਦਾ ਕਿ ਉਹ ਇਹਦੀ ਸਭ ਤੋਂ ਬੜੀ ਮੰਗ ਸੀ ਜਿਹੜੀ ਅਜੇ ਵੀ ਹੈ ਕਿ ਹੋਰਾਂ ਫਸਲਾਂ ਤੇ ਵੀ MSP ਦੀ ਗਾਰੰਟੀ ਦੇ ਦਿਓ। ਮੈਨੂੰ ਲੱਗਦਾ ਕਿ ਸਾਡੀ ਸੂਰਜਮੁਖੀ ਦੀ ਲੋੜ ਪੰਜਾਬ ਦੇ 2 ਜ਼ਿਲ੍ਹੇ ਪੂਰੇ ਕੰਟਰੀ ਦੀ ਪੂਰੀ ਕਰ ਸਕਦੇ ਨੇ ਜੇ ਤੁਸੀਂ ਉਹ ਗਾਰੰਟੀ ਦੇ ਦਿਓ, ਤੇ ਅਸੀਂ ਯੂਕਰੇਨ ਰਸ਼ੀਆ ਦੇ ਚੁੰਗਲ ਚੋਂ ਨਿਕਲ ਸਕਦੇ ਹਾਂ, ਉਹਦੇ ਚੋਂ ਨਿਕਲ ਸਕਦੇ ਹਾਂ। ਤੇ ਇਹ ਡਿਬੇਟ ਫਿਰ ਵੀ ਸਾਡੇ ਡਿਬੇਟ ਦਾ ਹਿੱਸਾ ਨਹੀਂ ਹੈ, ਇੰਨੀ ਨੇੜਿਓਂ ਚੀਜ਼ ਜੁੜੀ ਹੈ। ਫਿਰ 20,000 ਬੱਚਾ ਤਾਂ ਸਾਡਾ ਵੈਸੇ ਹੀ ਉੱਥੇ ਪੜ੍ਹ ਰਿਹਾ, ਬਿਲਕੁਲ, ਤੇ 20,000 ਬੱਚਾ ਜਿਹੜਾ ਪੜ੍ਹ ਰਿਹਾ ਹੈ, ਕੋਈ ਮੈਡੀਕਲ, ਕੋਈ ਇੰਜੀਨੀਅਰਿੰਗ, ਕੋਈ ਬਾਕੀ ਦੇ, ਇੱਕ ਤਾਂ ਇਹ ਵੀ ਉਹਦੇ ਤੇ ਕੁਐਸਚਨ ਹੈ ਕਿ ਬੱਚਾ ਉੱਥੇ ਪੜ੍ਹ ਰਿਹਾ ਹੈ ਤੇ ਸਾਡੇ ਅਸੀਂ ਪ੍ਰੈਸ਼ਰ ਹੀ ਨਹੀਂ ਕ੍ਰੀਏਟ ਕਰ ਸਕਦੇ, ਅਸੀਂ ਆਪਣੀ ਸਰਕਾਰ ਦੇ ਉੱਤੇ ਪ੍ਰੈਸ਼ਰ ਨਹੀਂ ਕ੍ਰੀਏਟ ਕਰ ਸਕੇ। ਸਰਕਾਰ ਨੇ ਕਿਹਾ ਕਿ ਤਾਂ ਐਂਡ ਦੇ ਦਿਨਾਂ 'ਚ ਕਿਹਾ ਹੈ ਕਿ ਵੀ ਚਲੇ ਜਾਓ ਜੀ, ਐਂਡ ਦੇ ਦਿਨਾਂ 'ਚ ਵੀ ਜੇ ਪ੍ਰਾਈਮ ਮਿਨਿਸਟਰ ਬੋਲਦੇ ਨੇ ਤਾਂ ਉਹ ਇਹ ਨਹੀਂ ਬੋਲ ਰਹੇ ਕਿ ਅਸੀਂ ਬੱਚੇ ਕੱਢਾਂਗੇ। ਆ ਯੂਪੀ ਦੀ ਕੱਲ ਦੀ ਇੱਕ ਰੈਲੀ 'ਚ ਉਹ ਇਹ ਬੋਲੇ ਨੇ ਕਿ ਦੇਖੋ ਆਲੇ ਦੁਆਲੇ ਮਾਹੌਲ ਕਿतना खराब हो रहा है, मजबूत इंडिया चाहिए कि नहीं चाहिए, मजबूत इंडिया चाहिए कि नहीं। ਇਹਦੀ ਬਜਾਏ ਉਹ ਕਹਿੰਦੇ ਪੀਸ ਚਾਹੀਏ ਕਿ ਨਹੀਂ ਚਾਹੀਏ, ਦੇਸ਼ ਦੇ ਵਿੱਚ ਦੁਨੀਆ 'ਚ ਸ਼ਾਂਤੀ ਚਾਹੀਦੀ ਹੈ, ਇਹਦੇ ਨਾਲ ਆਹ ਚੀਜ਼ਾਂ ਹੋਣਗੀਆਂ। ਔਰ ਉਸ ਨੂੰ ਟੱਚ ਨਹੀਂ ਅਸੀਂ ਕੀਤਾ ਉਸ ਪੱਧਰ ਦੇ ਉੱਤੇ। ਔਰ ਜੇ ਅਸੀਂ ਐਜ ਏ ਸਿਵਲ ਸੁਸਾਇਟੀ ਇੱਥੇ ਪ੍ਰੈਸ਼ਰ ਬਣਾਉਂਦੇ ਗਵਰਨਮੈਂਟ ਤੇ ਕਿ ਉਹ ਬੱਚਿਆਂ ਨੂੰ ਕੱਢੋ, ਸਾਡੇ ਇੱਕ ਹੋਰ ਕੀ ਹੋ ਰਿਹਾ ਨਾਲ ਇਹ ਹੋ ਰਿਹਾ ਕਿ ਇੱਕ ਆਵਾਜ਼ ਇਹ ਆ ਰਹੀ ਹੈ ਬੱਚੇ ਖੁਦ ਨਹੀਂ ਸੀ ਆਉਣਾ ਚਾਹੁੰਦੇ, ਅਸੀਂ ਟਰਾਈ ਕੀਤਾ, ਪਰ ਉਹ ਬੱਚੇ ਇਹ ਕਹਿ ਰਹੇ ਨੇ ਕਿ ਜੇ 20,000 ਟਿਕਟ ਸੀ 90,000 ਮੰਗ ਰਹੇ ਨੇ, ਤੇ ਉਹ ਬੱਚੇ ਪੜ੍ਹਨ ਤਾਂ ਉੱਥੇ ਇਸੇ ਕਰਕੇ ਗਏ ਨੇ ਕਿ ਸਾਡੇ ਪ੍ਰਾਈਵੇਟਲੀ ਮੈਡੀਕਲ 50 ਲੱਖ 'ਚ ਪੈਂਦੀ ਆ ਤੇ ਉਹ 20 ਲੱਖ 'ਚ ਕਰਾ ਰਹੇ ਨੇ, ਤੇ ਜੇ ਉਹਨੇ ਪੈਸੇ ਹੀ ਨਾ ਹੋਣ ਐਮਰਜੈਂਸੀ ਦੇ ਵਿੱਚ ਕੋਈ ਕਲੀਅਰ ਕੱਟ ਇਨਸਟਰਕਸ਼ਨ ਐਮਬੈਸੀ ਤੋਂ ਨਹੀਂ ਸੀ ਕਿ ਵਾਪਸ ਆ ਜਾਓ, ਇਹ ਸੀ ਹਾਲਾਤ ਖਰਾਬ ਹੋ ਸਕਦੇ ਨੇ, ਮੇ ਗੋ ਬੈਡ, ਮਾਈਟ ਹੈਪਨ, ਇਹ ਐਡਵਾਈਜ਼ਰੀ ਦਾ ਲੈਂਗੁਏਜ ਹੈ ਨਾ ਤਾਂ ਕਲੀਅਰ ਕੱਟ ਇਹ ਸੀ, ਤੇ ਨਾਲੇ ਦੂਜੀ ਗੱਲ ਇਹ ਹੈ ਕਿ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਨੂੰ ਮੁਫਤ ਲਿਆਉਣਾ ਜੇ ਐਮਰਜੈਂਸੀ ਹੈ। ਜੰਗ ਲੱਗੀ ਤੋਂ ਮਸ਼ਕਾਂ ਦੇ ਭਾਅ ਜਿਹੜੇ ਪੁੱਛਣ ਦਾ ਸਵਾਲ ਹੈ ਨਾ, ਅੱਗ ਲੱਗੀ ਤੋਂ, ਇਹ ਬਹੁਤ ਖਤਰਨਾਕ ਰੁਝਾਨ ਹੈ ਕਿ ਤੁਸੀਂ ਆਪਣੇ ਰਹਿਮੋ ਕਰਮ ਤੇ ਛੱਡ ਦਿੰਦੇ ਹੋ ਕਿਸੇ ਬੰਦੇ ਨੂੰ। ਖਾਲਿਦ ਸਾਹਿਬ ਜ਼ਿੰਮੇਵਾਰੀ ਤੇ ਇਹ ਨਿਭਾਈ ਹੈ ਵੀ ਇੰਡੀਅਨ ਐਮਬੈਸੀ ਜਿਹੜੀ ਕੀਵ ਦੇ ਵਿੱਚ ਹੈ ਉਹਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਹਦੇ 'ਚ ਲਿਖਿਆ ਹੈ ਕਿ ਜੇ ਬੰਬ ਡਿੱਗਣੇ ਸ਼ੁਰੂ ਹੋ ਜਾਣ ਤੇ ਛੇਤੀ ਆਪਣਾ ਗੂਗਲ ਮੈਪ ਖੋਲੋ, ਗੂਗਲ ਮੈਪ ਦੇ ਉੱਤੇ ਬੰਬ ਸ਼ੈਲਟਰਸ ਦੀ ਲੋਕੇਸ਼ਨ ਦਿੱਤੀ ਹੋਵੇਗੀ, ਨੇੜੇ ਦੀ ਬੰਬ ਸ਼ੈਲਟਰ ਵਿੱਚ ਛੁਪ ਜਾਣਾ ਜੀ। ਇਹ ਕੋਈ ਦੇਖੋ ਜੇ ਬਾਈਡਨ ਤੇ ਜ਼ੈਲੈਂਸਕੀ ਨੇ ਰਲ ਕੇ ਕਿਤੇ ਕੋਈ ਸਾਡੇ ਨਾਲ ਸ਼ੇਅਰ ਕੀਤਾ ਵੀ ਇੰਟਰਨੈਟ ਚੱਲਦਾ ਰੱਖਣਗੇ, ਸਾਡੇ ਬੱਚੇ ਬੰਬ ਸ਼ੈਲਟਰ ਲੱਭ ਲੈਣ। ਮੈਂ ਤੁਹਾਨੂੰ ਦੱਸਦਾ ਕਿ ਬੱਚੇ ਜਿਹੜੇ ਹੈਗੇ ਆ ਉਹ ਐਮਬੈਸੀ ਦੇ ਬਾਹਰ ਖੜੇ ਆ, ਉਹਨਾਂ ਨੂੰ ਐਮਬੈਸੀ ਦੇ ਅੰਦਰ ਨਹੀਂ ਅਲਾਉ ਕੀਤਾ। ਉਹ ਕਹਿ ਰਹੇ ਅੰਦਰ ਵੜ ਲੈਂਦੇ ਹੋ, ਬਾਹਰ 2 ਡਿਗਰੀ ਟੈਂਪਰੇਚਰ ਹੈ, ਠੰਡ ਖੜਿਆ ਸੀ। ਔਰ ਮੈਂ ਤੁਹਾਨੂੰ ਦੱਸਦਾ ਕਿ ਇਸ ਵੇਲੇ ਜਿਹੜੇ 20,000 ਜਾਂ 18,000 ਬੱਚੇ ਉੱਥੇ ਹੈਗੇ ਆ ਜੀ, ਉਹਨਾਂ ਨੂੰ ਇਹ ਹੈ ਕਿ ਹੁਣ ਉਹ ਕਹਿ ਰਹੇ ਜੀ ਕਿ ਅਸੀਂ ਜਿਹੜੇ ਨਾਲ ਦੇ ਜਿਹੜੇ ਬਾਰਡਰ ਹੈ ਉਹਨਾਂ ਨੂੰ ਖੋਲ ਰਹੇ ਹਾਂ। ਨਾਲ ਦੇ ਬਾਰਡਰ ਮੀਨਸ ਪੋਲੈਂਡ ਦਾ ਹੈਗਾ, ਹੰਗਰੀ ਦਾ ਹੈਗਾ, ਉਹ ਬਾਰਡਰ ਅਸੀਂ ਖੋਲ ਕੇ ਉਸ ਨਾਟੋ ਦੇ ਅੰਦਰ ਕਰ ਰਹੇ ਹਾਂ ਅਸੀਂ, ਉਧਰੋਂ ਅਸੀਂ ਲੈ ਜਾਾਂਗੇ। ਲੇਕਿਨ ਉਹ ਕਿਵੇਂ ਲੈ ਕੇ ਜਾਣਗੇ, ਕੌਣ ਉਹਨਾਂ ਨੂੰ ਲੈ ਕੇ ਜਾਏਗਾ, ਉਹਦਾ ਕੀ ਮੈਕੈਨਿਜ਼ਮ, ਗਲੀਆਂ ਵਿੱਚ ਮੌਤ ਵਰਸ ਰਹੀ ਹੈ ਉੱਥੇ, ਉਹਨਾਂ ਦੇ ਪੈਸੇ ਜਿਹੜੇ ਹੈਗੇ ਕੌਣ ਦੇਊਗਾ, ਉਹਨਾਂ ਕੋਲ ਪੈਸੇ ਹੈ ਵੀ ਜਾਂ ਨਹੀਂ ਹੈ, ਇਹ ਸਾਰੀਆਂ ਚੀਜ਼ਾਂ ਦੇਖੋ ਆਪਾਂ ਨੇ ਇੱਕ ਬਹੁਤ ਟੇਕ ਮੀ ਟੂ ਦਾ ਲਾਰਜਰ ਨੈਰੇਟਿਵ। ਇਹ ਪਾਵਰ ਸਟਰਕਚਰਸ ਕਿਸ ਤਰੀਕੇ ਨਾਲ ਬਣ ਰਹੀਆਂ ਨੇ, ਕੈਨ ਯੂ ਰੀਡ ਜਿਹੜਾ ਕੰਮ ਦੁਨੀਆ ਕਰਨਾ ਚਾਹ ਰਹੀ ਹੈ ਜੀ ਕਿ ਪਿਊਤਿਨ ਦੇ ਮਨ ਵਿੱਚ ਕੀ ਹੈ? ਇਹ ਡੀ ਨਾਜ਼ੀਫਿਕੇਸ਼ਨ, ਡੀ ਮਿਲੀਟਰਾਈਜੇਸ਼ਨ ਉਹਨੇ ਕਰਨੀ ਹੈ ਯੂਕਰੇਨ ਦੀ, ਇਹ ਤਾਂ ਸਾਰਾ ਰਾਈਟੋਰਿਕ ਹੈ, ਇਹ ਤਾਂ ਸ਼ਬਦ ਹੈ। ਇਵੈਂਚੁਅਲੀ ਕੀ ਏਮ ਇੱਥੋਂ ਤੱਕ ਹੈ ਕਿ ਤੁਸੀਂ ਨਾਟੋ ਦੇ ਫੈਲਾਅ ਨੂੰ ਰੋਕਣਾ ਹੈ, ਕਿ ਤੁਸੀਂ ਫਿਰ ਦੁਬਾਰਾ ਮੁੜ ਕੇ ਕੋਈ ਅਖੰਡ ਰੂਸ ਬਣਾਉਣਾ ਹੈ, ਤੁਸੀਂ ਕੀ ਯੂਕਰੇਨ ਨੂੰ ਪੂਰੀ ਤਰ੍ਹਾਂ ਨਾਲ ਹੁਣ ਅੰਦਰ ਕਰ ਲੈਣਾ ਹੈ, ਕੀ ਦੁਬਾਰਾ ਨਾਟੋ ਤੇ ਵਾਰਸਾ ਵਰਗੀ ਇੱਕ ਹਾਰਡ ਲਾਈਨ ਬਣ ਰਹੀ ਹੈ, ਕੀ ਅਸੀਂ ਕੋਲਡ ਵਾਰ ਵਿੱਚ ਦੁਬਾਰਾ ਜਾ ਰਹੇ ਹਾਂ? ਮੈਂ ਦੱਸਦਾ ਜੀ ਕਿ ਜਿਸ ਵੇਲੇ ਕੋਲਡ ਵਾਰ ਖਤਮ ਹੋਈ ਔਰ ਸੋਵੀਅਤ ਯੂਨੀਅਨ ਟੁੱਟ ਗਿਆ, ਉਹਦੇ ਵਿੱਚੋਂ ਜਿਹੜੇ ਛੋਟੇ ਕੰਟਰੀ ਬਾਹਰ ਨਿਕਲੇ, ਉਹਨਾਂ ਵਿੱਚੋਂ ਬਹੁਤ ਸਾਰੇ ਜਿਹੜੇ ਸੀਗੇ ਉਹ ਨੈਟੋ ਦੇ ਵਿੱਚ ਸ਼ਾਮਿਲ ਹੋ ਗਏ ਜੀ। ਉਹਨਾਂ ਵਿੱਚੋਂ ਪੋਲੈਂਡ ਇੱਕ ਕਮਿਊਨਿਸਟ ਸਰਕਾਰ ਹੁੰਦੀ ਸੀਗੀ, ਉਹ ਅੱਜ ਨੈਟੋ ਦਾ ਪਾਰਟ ਹੈ ਜੀ। ਹੰਗਰੀ ਨੈਟੋ ਦਾ ਪਾਰਟ ਹੈ। ਇਸੇ ਤਰੀਕੇ ਦੇ ਨਾਲ ਆਪਣਾ ਜਿਹੜਾ ਹੈਗਾ ਸਲੋਵੇਕੀਆ ਨੈਟੋ ਦਾ ਪਾਰਟ ਹੈ। ਯਾਨੀ ਯੂਕਰੇਨ ਦੇ ਆਲੇ ਦੁਆਲੇ ਬੈਲੋਰਸੀਆ ਤੇ ਮਾਲਦੋਵਾ ਨੂੰ ਛੱਡ ਕੇ ਬਾਕੀ 4 ਕੰਟਰੀ ਜਿਹੜੇ ਹੈਗੇ ਆਲਰੇਡੀ ਨੈਟੋ ਦਾ ਪਾਰਟ ਬਣ ਚੁੱਕੇ ਹਨ। ਔਰ ਹੁਣ ਰਹਿ ਗਿਆ ਯੂਕਰੇਨ ਜਿਹੜਾ ਹੈਗਾ, ਯੂਕਰੇਨ ਦੇ 2 ਪਾਰਟ ਹੈ, ਵਿਚਾਲੇ ਨੀਪਰ ਰਿਵਰ ਹੈ ਜੀ, ਬਿਲਕੁਲ। ਉਹਦੇ ਈਸਟ ਦੇ ਵਿੱਚ ਜਿਹੜਾ ਹੈਗਾ ਉਹਦੇ ਵਿੱਚ ਰਸ਼ੀਅਨ ਪਾਪੂਲੇਸ਼ਨ ਵੀ ਕਾਫੀ ਹੈ ਔਰ ਰੈਬਲਸ ਵੀ ਕਾਫੀ ਹੈ ਜਿਹੜੇ ਯੂਕਰੇਨੀਅਨ ਗਵਰਨਮੈਂਟ ਦਾ ਅਗੇਂਸਟ ਹੈ। ਡੋਨਬਾਸ ਵਾਲਾ ਜਿਹੜਾ ਰੀਜਨ ਹੋ ਗਿਆ, ਦੂਸਰੇ ਪਾਸੇ ਜਿਹੜਾ ਹੈਗਾ ਵੈਸਟਰਨ ਹੈਗਾ ਜੀ। तो ਹੁਣ ਸਵਾਲ ਇਹ ਹੈਗਾ ਕਿ ਰਸ਼ੀਆ ਇਹ ਦੇਖ ਰਿਹਾ ਹੈ ਕਿ ਅਗਰ ਉਹ ਇਹ 4 ਕੰਟਰੀ ਆ ਗਿਆ, ਅਗਰ ਯੂਕਰੇਨ ਦੇ ਵਿੱਚ ਆ ਗਿਆ ਤਾਂ ਨੈਟੋ ਜਿਹੜਾ ਹੈਗਾ ਮੇਰੇ ਬਾਰਡਰ ਤੇ ਆ ਜਾਏਗਾ। ਮੈਂ ਤੁਹਾਨੂੰ ਐਗਜ਼ਾਮਪਲ ਦੇਵਾਂ 1962 ਦੀ ਜੀ। 1962 ਦੇ ਵਿੱਚ ਕਿਊਬਨ ਮਿਜ਼ਾਈਲ ਕ੍ਰਾਈਸਿਸ ਹੋਇਆ ਸੀ, ਇਫ ਯੂ ਰਿਮੈਂਬਰ ਜੀ ਜੀ ਜੀ। ਸੋਵੀਅਤ ਯੂਨੀਅਨ ਨੇ ਆਪਣੇ ਮਿਜ਼ਾਈਲ ਲਿਆ ਕੇ ਕਿਊਬਾ 'ਚ ਫਿੱਟ ਕਰਤੇ, ਜਿਹੜਾ ਕਿ ਅਮਰੀਕਾ ਦੇ ਵਿੱਚ ਲਾਸਟ ਮਿੰਟ ਸੀ ਜਦੋਂ ਸੀ ਤੀਜੀ ਵਰਲਡ ਵਾਰ, ਮਤਲਬ ਮਿੰਟ ਪਹਿਲਾਂ ਬਚਿਆ, ਮਿੰਟਾਂ ਦੇ ਵਿੱਚ ਨੈਕਸਟ ਵਰਲਡ ਵਾਰ ਸਟਾਰਟ ਹੋ ਰਹੀ ਸੀ। ਤਾਂ ਅਮਰੀਕਾ ਨੇ ਕੀ ਕੀਤਾ, ਕਿਊਬਨ ਬਲੌਕੇਡ ਕਰਤਾ ਜੀ।
ਬਲੌਕੇਡ ਕਰਤਾ ਕਿ ਜਦ ਤੱਕ ਤੁਸੀਂ ਮਿਜ਼ਾਈਲ ਨਹੀਂ ਕੱਢਦੇ ਉਸ ਵੇਲੇ ਤੱਕ ਅਸੀਂ ਜਿਹੜਾ ਹੈਗਾ ਤੁਹਾਨੂੰ ਬਲੌਕੇਡ, ਅਸੀਂ ਅੰਦਰ ਨਾ ਕਿਸੇ ਨੂੰ ਆਉਣ ਦਈਏ ਨਾ ਜਾਣ ਦਈਏ ਜੀ। ਸੋਵੀਅਤ ਯੂਨੀਅਨ ਨੂੰ ਆਪਣੇ ਮਿਜ਼ਾਈਲ ਵਿਡਰਾ ਕਰਨੇ ਪਏ ਸੀਗੇ, ਅਦਰਵਾਈਜ਼ ਵਾਰ ਹੋ ਜਾਂਦੀ ਜੀ। ਬਿਲਕੁਲ ਇਸੇ ਤਰੀਕੇ ਦੇ ਨਾਲ ਇਹ ਹੈਗਾ ਜਿਹੜਾ ਰਸ਼ੀਆ ਹੈਗਾ, ਰਸ਼ੀਆ ਨੂੰ ਪਤਾ ਹੈ ਕਿ ਅਗਰ ਯੂਕਰੇਨ ਜਾਂ ਜਾਰਜੀਆ ਜਾਂ ਇਹ ਜਿਹੜੇ ਕੰਟਰੀਜ਼ ਹੈਗੇ ਆ ਇੱਕ ਪਰ ਇੱਕ ਨੈਟੋ ਦਾ ਪਾਰਟ ਬਣਦੇ ਜਾ ਰਹੇ ਆ, ਨੈਟੋ ਦੀ ਐਕਸਪੈਂਸ਼ਨ ਹੋ ਰਹੀ ਹੈ, ਰਸ਼ੀਆ ਕਹਿੰਦਾ ਸਾਨੂੰ ਗਰੰਟੀ ਦਿਓ ਕਿ ਇਹ ਜਿਹੜੇ ਕੰਟਰੀਜ਼ ਹੈ ਇਹ ਨੈਟੋ ਦਾ ਪਾਰਟ ਨਹੀਂ ਬਣਨਗੇ, ਜਾਂ ਦੱਸੋ ਕਹਿੰਦਾ ਅਦਰਵਾਈਜ਼ ਡਾਇਰੈਕਟਲੀ ਅਸੀਂ ਸਾਨੂੰ ਸਿਕਿਉਰਿਟੀ ਥ੍ਰੈਟ ਹੈ ਕਿਉਂਕਿ ਕੱਲ ਨੂੰ ਅਮਰੀਕਾ ਨੇ ਜਾਂ ਦੂਸਰੇ ਕੰਟਰੀਜ਼ ਨੇ ਲਿਆ ਕੇ ਆਪਣੀਆਂ ਫੌਜਾਂ ਜਾਂ ਆਪਣਾ ਸਾਰਾ ਕੁਝ ਯੂਕਰੇਨ ਚ ਲਾ ਦੇਣਾ। ਸੋ ਅਲਾਓ ਮੀ ਟੂ ਆਸਕ ਦਿਸ ਨਾਓ, ਦੋ ਸਵਾਲ ਨੇ ਇਕੱਠੇ ਜੀ ਜੀ। ਕਿ ਪਹਿਲਾਂ ਇਹ ਗਲਤੀ ਮੁੱਢ ਤੋਂ ਨਾਟੋ ਵਾਲੀ ਸਾਈਡ ਤੋਂ ਸਟਾਰਟ ਹੋਈ ਹੈ, ਜਦੋਂ 2008 ਵਿੱਚ ਨਾਟੋ ਇਹ ਫੈਸਲਾ ਲੈਂਦੀ ਹੈ, ਜਿਹੜੀ ਬੁਕਾਰੈਸਟ ਵਾਲੀ ਮੀਟਿੰਗ ਹੈ ਕਿ ਜੀ ਅਸੀਂ ਜਾਰਜੀਆ ਤੇ ਯੂਕਰੇਨ ਨੂੰ ਨਾਟੋ ਵਿੱਚ ਸ਼ਾਮਲ ਕਰਾਂਗੇ। ਕੀ ਪਹਿਲੀ ਗਲਤੀ ਉੱਥੋਂ ਸਟਾਰਟ ਹੁੰਦੀ ਹੈ। ਤੇ ਦੂਸਰੀ ਕੀ ਕਿਉਂਕਿ ਰੂਸ ਦਾ ਇੱਕ ਇਤਿਹਾਸ ਲੰਬਾ ਚੌੜਾ ਹਮੇਸ਼ਾ ਹੀ ਐਕਸਪੈਂਸ਼ਨਿਸਟ ਇਤਿਹਾਸ ਰਿਹਾ ਹੈ। ਬਿਲਕੁਲ। ਕਿ ਪਿਊਟਿਨ ਜਿਸ ਕਿਸਮ ਦੇ ਸਟਰੋਂਗਮੈਨ ਹੈਗੇ ਨੇ ਕਿ ਉਹ ਇੱਕ ਬਹਾਨਾ ਹੀ ਲੱਭਦੇ ਫਿਰਦੇ ਨੇ ਤੇ ਇਵੈਂਚੁਅਲ ਜਿਹੜਾ ਉਹ USSR ਵਰਗੀ ਪੁਰਾਣੀ ਸੋਵੀਅਟਸ ਵਾਲੀ ਜਿਹੜੀ ਸਟਰੈਂਥ ਹੈ ਉਹ ਸਟਰਟ ਅਰਾਊਂਡ ਕਰ ਰਿਹਾ ਇਸ ਵੇਲੇ ਗਲੋਬਲ ਸਟੇਜ ਦੇ ਉੱਤੇ ਰੂਸ ਜਿੱਤਦਾ ਹੀ ਦਿਖਾਈ ਦੇ ਰਿਹਾ। ਰੂਸ ਇਸ ਵੇਲੇ ਉਹਦੀ ਸਟ੍ਰੈਟਜੀ ਹੈਗੀ ਹੈ ਕਿ ਯੂਕਰੇਨ ਨੂੰ ਜਿਹੜਾ ਹੈਗਾ ਡਿਸਮੈਂਬਰਮੈਂਟ ਕਰ ਦਿਓ, ਯਾਨੀ ਕਿ ਉਹਦੇ ਕਈ ਹਿੱਸੇ ਕਰ ਦਿਓ। ਉਹਨੇ ਆਲਰੇਡੀ ਦੋ ਜਿਹੜੇ ਹੈਗੇ ਆ ਏਰੀਆਜ਼ ਯੂਕਰੇਨ ਦੇ ਉਹਨੇ ਇੰਡੀਪੈਂਡੈਂਟ ਆਪਣੇ ਆਪ ਨੂੰ ਰੈਕਗਨਾਈਜ਼ ਕਰ ਲਏ। ਬਿਲਕੁਲ। ਉਹਨਾਂ ਦਾ ਹੈਗਾ ਕਿ ਜਿਹੜਾ ਯੂਕਰੇਨ ਹੈ ਅਗਰ ਅਸੀਂ ਉਹਦੀ ਡਿਸਮੈਂਬਰਮੈਂਟ ਕਰ ਦਿੰਦੇ ਆ, ਦੋ ਹਿੱਸੇ ਕਰ ਦਿੰਦੇ ਆ ਔਰ ਉੱਥੇ ਆਪਣੇ ਪਸੰਦ ਦੀਆਂ ਸਰਕਾਰਾਂ ਬਿਠਾ ਦਿੰਦੇ ਆ, ਉਹਦੇ ਪਰ ਕਬਜ਼ਾ ਕਰਕੇ ਬੈਠ ਗਈਆਂ ਨੇ ਉਹ ਤਾਂ ਬਣਾ ਦਿੱਤੇ ਨੇ ਤੇ ਉਸ ਤੋਂ ਬਾਅਦ ਤਾਂ ਨੈਚੁਰਲੀ ਜਿਹੜਾ ਹੈਗਾ ਜਿਹੜੀ ਨੈਟੋ ਦੀ ਐਕਸਪੈਂਸ਼ਨ ਹੈ ਰੁਕ ਜਾਏਗੀ। ਯਾਨੀ ਰਸ਼ੀਆ ਜਿਹੜਾ ਹੈਗਾ ਉਹ ਯੂਰਪੀਅਨ ਜੀਓਪੋਲਿਟਿਕਸ ਨੂੰ ਰੀਰਾਈਟ ਕਰਨਾ ਚਾਹੁੰਦਾ ਹੈ। ਬੇਸਿਕਲੀ ਯੂਰਪੀਅਨ ਸਿਕਿਉਰਿਟੀ ਸਟਰਕਚਰ ਦੁਬਾਰਾ ਤੋਂ ਬਣ ਰਿਹਾ ਹੈ, ਸਾਰਾ ਨੂੰ ਰੀਰਾਈਟ ਕਰਨਾ ਚਾਹੁੰਦਾ ਹੈ, ਜਿਹੜਾ ਕਿ ਨੈਟੋ ਨੂੰ ਐਕਸੈਪਟੇਬਲ ਨਹੀਂ ਹੈ। ਲੇਕਿਨ ਨੈਟੋ ਦੀ ਜਿਹੜੀ ਸਭ ਤੋਂ ਵੱਡਾ ਜਿਹੜਾ ਉਹਨਾਂ ਦੀ ਰੈਸਟ੍ਰੇਂਟ ਹੈਗੀ ਹੈ ਕਿ ਉਹ ਡਾਇਰੈਕਟਲੀ ਇਹਦੇ 'ਚ ਐਂਟਰ ਨਹੀਂ ਕਰਨਾ ਚਾਹੁੰਦੇ, ਕਿਉਂਕਿ ਜਿਸ ਤਰੀਕੇ ਦੇ ਨਾਲ ਨਿਊਕਲੀਅਰ ਡਰਿਲ ਰਸ਼ੀਆ ਨੇ ਦਿਖਾਈ ਹੈ ਉਹ ਤਾਂ ਉਹਨਾਂ ਨੇ ਕਲੀਅਰ ਕਰਤਾ ਔਰ ਉਹਨਾਂ ਨੇ ਵੀ ਕਹਿਤਾ ਕਿ ਕੋਈ ਵੀ ਹੋਰ ਐਂਟਰ ਕਰੇਗਾ ਤਾਂ ਉਹਨੂੰ ਉਹ ਖਮਿਆਜ਼ਾ ਭੁਗਤਣਾ ਚਾਹੇਗਾ ਜਿਹੜਾ ਕਿ ਸੋਚੂਗਾ ਵੀ। ਉਹ ਤਾਂ ਪੱਟ ਤੇ ਹੱਥ ਮਾਰ ਕੇ ਧਮਕੀ ਦੇ ਰਿਹਾ ਨਾ ਪੂਰੀ ਦੁਨੀਆ ਨੂੰ। ਦੈਟ ਮੀਨਸ ਨਾਟੋ ਨੂੰ ਸਿੱਧੀ ਉਹ ਬਿਲਕੁਲ ਕਲੀਅਰ ਹੈ, ਉਹ ਆਪਣੀ ਸਿਕਿਉਰਿਟੀ ਜਿਹੜੀ ਹੈਗੀ ਹੈ ਉਹਦੇ ਪਰ ਕਿਸੇ ਤਰੀਕੇ ਦਾ ਲੱਗਾ ਕਿ ਨਾਟੋ ਵੀ ਐਕਸਪੋਜ਼ ਹੋ ਗਈ ਹੈ ਵੀ ਜੇ ਰਸ਼ੀਆ ਨੇ ਯੂਕਰੇਨ ਦੀ ਸੋਵਰਨਿਟੀ ਕਰਤੀ ਹੈ ਸਾਰੀ ਵਾਇਲੇਟ ਤਾਂ ਕੋਈ ਨਹੀਂ ਆਇਆ ਅੱਗੇ, ਕਿਹੜੇ ਟੈਂਕ ਭੇਜਨੇ ਆ ਕੋਈ ਅਮਰੀਕਾ ਨੇ। ਐਗਜ਼ੈਕਟਲੀ। ਨਾਟੋ ਨੇ ਕੀ ਕੀਤਾ ਜੀ ਕਿ ਤੁਸੀਂ ਜੀ ਤੇਲ ਬੰਦ ਕਰਤਾ, ਤੁਸੀਂ ਉਹਨਾਂ ਨੂੰ ਆਪਣੇ ਫਾਈਨੈਂਸ਼ੀਅਲ ਸਿਸਟਮ ਚੋਂ ਕੱਢਤਾ, ਹੋਰ ਸੈਂਕਸ਼ਨਸ ਲਾਤੀਆਂ। ਉਹ ਕਹਿੰਦਾ ਲਾਈ ਚੱਲੋ ਸੈਂਕਸ਼ਨਸ। ਇੱਕ ਨਵਾਂ ਜਿਹੜਾ ਟਿਕਟੌਕ ਬੰਦ ਕਰਨ ਵਾਲੀ ਗੱਲ ਹੈ, ਇੱਕ ਨਵਾਂ ਨੈਕਸਸ ਜਿਹੜਾ ਡਿਵੈਲਪ ਹੋ ਰਿਹਾ ਹੈ ਉਹਦੇ ਵਿੱਚ ਪਾਕਿਸਤਾਨ ਵੀ ਹੈ, ਉਹਦੇ ਵਿੱਚ ਚਾਈਨਾ ਵੀ ਹੈ, ਉਹਦੇ ਵਿੱਚ ਰਸ਼ੀਆ ਵੀ ਹੈ, ਜਿਹੜਾ ਕਿ ਬਿਲਕੁਲ ਆਪੋਜ਼ਿਟ ਹੈ ਜਿਹੜਾ ਕਿ ਨਾਟੋ ਆਪਣਾ ਸਟਰਕਚਰਿੰਗ ਕਰ ਰਿਹਾ ਹੈ। ਦਿਸ ਇਜ਼ ਆਰ ਸਟੋਰੀ ਕਮਸ ਹੋਮ। ਇਹ ਸਾਰਾ ਕੁਝ ਫਿਰ ਸਾਡੇ ਘਰ ਤੱਕ ਲੈ ਕੇ ਆਉਂਦਾ ਹੈ ਬਾਹਰ। ਇਹਦੀ ਵਜ੍ਹਾ ਕਰਕੇ ਹੀ ਯੈਸ ਮੈਂ ਤੁਹਾਨੂੰ ਦੱਸਦਾ ਕਿ ਚਾਈਨਾ ਦਾ ਸਾਡੇ ਨਾਲ ਬਿਲਕੁਲ ਯਾਨੀ 2 ਸਾਲ ਹੋ ਗਏ ਫੌਜਾਂ ਜਿਹੜੀਆਂ ਹੈਗੀਆਂ ਬਾਰਡਰ ਤੇ ਖੜੀਆਂ ਨੇ ਔਰ ਚਾਈਨਾ ਦਾ ਝੁਕਾਅ ਜਿਹੜਾ ਹੈਗਾ ਰਸ਼ੀਆ ਦੇ ਨਾਲ ਜਿਸ ਤਰੀਕੇ ਦੇ ਨਾਲ ਕਲੋਜ਼ ਰਿਲੇਸ਼ਨਸ਼ਿਪ ਬਣ ਰਹੇ ਨੇ। ਔਰ ਇਸ ਵੇਲੇ ਇਮਰਾਨ ਖਾਨ ਜਿਹੜਾ ਹੈਗਾ ਉਹ ਮਾਸਕੋ ਉਹਨੇ ਵਿਜ਼ਿਟ ਨਹੀਂ ਆਪਣੀ ਕੈਨਸਲ ਕੀਤੀ। ਅਮਰੀਕਾ ਨੇ ਮੇਰੇ ਖਿਆਲ ਹੈ ਜਾਰਜੀਆ ਦਾ ਪ੍ਰੈਜ਼ੀਡੈਂਟ ਵੀ ਉੱਥੇ ਹੈਗਾ। ਜੀ ਬਿਲਕੁਲ। ਅਜ਼ਰਬੈਜਾਨ ਦਾ ਉਹਨੇ ਕੈਨਸਲ ਨਹੀਂ ਕੀਤਾ, ਉਹਨੇ ਬਲਕਿ ਇਹ ਕਿਹਾ ਕਿ ਮੈਂ ਇੱਕ ਹਿਸਟੋਰਿਕ ਮੂਵਮੈਂਟ ਤੇ ਇੱਥੇ ਆ ਰਿਹਾ। ਤਾਂ ਉਹ ਜਿਹੜੀ ਸਿਚੁਏਸ਼ਨ ਹੈ ਉਹਦੇ ਵਿੱਚ ਬਿਲਕੁਲ ਇੱਕ ਨਵੀਂ ਉਹ ਡਰਾ ਹੋ ਰਹੀ ਹੈ। ਮੈਨੂੰ ਬ੍ਰੇਕ ਲਈ ਰੁਕਣਾ ਪੈ ਰਿਹਾ। ਕੁਝ ਦਰਸ਼ਕਾਂ ਨੂੰ ਇਹ ਲੱਗ ਸਕਦਾ ਹੈ ਕਿ ਭਾਈ ਇਹ ਗੱਲਾਂ ਬੜੀ ਦੂਰ ਦੀਆਂ ਨੇ, ਯੂਰਪ ਵਿੱਚ ਕੋਈ ਸਿਕਿਉਰਿਟੀ ਸਟਰਕਚਰ ਦੁਬਾਰਾ ਤੋਂ ਬਣ ਰਹੀ ਹੈ, ਨਾਟੋ ਵਾਲਿਆਂ ਦਾ ਉੱਥੇ ਪੰਗਾ ਹੈ। ਡਰ ਹੋਵੇ ਤੇ ਨਾਟੋ ਵਾਲਿਆਂ ਨੂੰ ਹੋਵੇ ਜਾਂ ਸੈਂਟਰਲ ਯੂਰਪ ਦੇ ਉਹਨਾਂ 100 ਮਿਲੀਅਨ ਵਾਸੀਆਂ ਨੂੰ ਹੋ ਜਾਵੇ ਜਿਹੜੇ ਨਾਟੋ 'ਚ ਵੜਨਾ ਚਾਹ ਰਹੇ ਨੇ, ਜਿਹੜੇ ਨਾਟੋ ਦੀ ਛਤਰੀ ਲੈਣਾ ਚਾਹ ਰਹੇ ਨੇ। ਪਰ ਜਦੋਂ ਤੁਸੀਂ ਨਾਲ ਚਾਈਨਾ ਲੈ ਆਉਂਦੇ ਹੋ, ਤੁਸੀਂ ਨਾਲ ਨਵਾਂ ਵਰਲਡ ਐਕਸੈਸ ਲੈ ਆਉਂਦੇ ਹੋ ਤੇ ਨਾਲ ਪਾਕਿਸਤਾਨ ਆ ਜਾਂਦਾ, ਤਾਂ ਫਿਰ ਇੱਥੋਂ ਪਤਾ ਲੱਗਦਾ ਵੀ ਜੰਗ ਜਿਹੜੀ ਹੈ ਉਹ ਸਾਡੇ ਘਰ ਤੱਕ ਕਿਵੇਂ ਆਉਂਦੀ ਹੈ ਤੇ ਸਾਡੇ ਤੇ ਕਿਵੇਂ ਇੰਪੈਕਟ ਕਰਦੀ ਹੈ। ਵੈਸੇ ਜਦੋਂ ਅਸੀਂ ਸਿੰਘੂ ਬਾਰਡਰ ਤੇ ਡਿਸਕਸ ਕਰ ਰਹੇ ਸੀ ਇੰਨਾ ਕੁਝ, ਉਸ ਵੇਲੇ ਅਸੀਂ ਯੂਕਰੇਨ ਦੀ ਗੱਲ ਕਿਉਂ ਨਹੀਂ ਕੀਤੀ ਤੇ ਇਹ ਯੂਕਰੇਨ ਅਸਲ ਵਿੱਚ ਸਿੰਘੂ ਬਾਰਡਰ ਦੇ ਉੱਤੇ ਕਿਵੇਂ ਮੌਜੂਦ ਸੀ, ਇਹਦੇ ਬਾਰੇ ਵੀ ਗੱਲ ਕਰਾਂਗੇ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਜੋ ਕੁਝ ਯੂਕਰੇਨ ਦੇ ਵਿੱਚ ਹੋ ਰਿਹਾ ਹੈ, ਜਿੱਥੇ ਅਸਮਾਨੋਂ ਬੰਬ ਗਿਰ ਰਹੇ ਨੇ ਤੇ ਧਰਤੀ ਦੇ ਉੱਤੇ ਪਾਵਰ ਸਟਰਕਚਰਸ ਦੁਬਾਰਾ ਤੋਂ ਰੀਡਿਫਾਈਨ ਹੋ ਰਹੀਆਂ ਨੇ ਤੇ ਸਾਡਾ ਉਹਦੇ ਨਾਲ ਕੀ ਰਿਸ਼ਤਾ ਹੈ। ਤੇ ਜਿਨ੍ਹਾਂ ਨੇ ਸਿੰਘੂ ਬਾਰਡਰ ਤੇ ਬੈਠ ਕੇ ਦੁਨੀਆ ਭਰ ਦੀ ਸਿਆਸਤ ਡਿਸਕਸ ਕੀਤੀ ਹੈ, ਉੱਥੇ ਉਸੇ ਖਿੱਤੇ ਦੇ ਵਿੱਚ ਜਿਸ ਵੇਲੇ ਰਾਜਨੀਤੀ ਚੱਲਦੀ ਹੈ ਤੇ ਵੋਟਾਂ ਪੈਂਦੀਆਂ ਨੇ, ਤਾਂ ਯੂਕਰੇਨ ਵੱਲ ਸਾਡਾ ਧਿਆਨ ਕਿਉਂ ਨਹੀਂ ਜਾਂਦਾ। ਸਾਡੇ ਨਾਲ ਵਿੱਚ ਚਰਚਾ ਵਿੱਚ ਸ਼ਾਮਲ ਨੇ ਹਮੀਰ ਸਿੰਘ ਜੀ ਅਤੇ
ਪ੍ਰੋਫੈਸਰ ਮੁਹੰਮਦ ਖਾਲਿਦ ਜੀ। ਹਮੀਰ ਸਿੰਘ ਜੀ, ਮੈਂ ਉਹ ਸਿੰਘੂ ਬਾਰਡਰ ਦੀ ਗੱਲ ਤਾਂ ਕਰ ਰਿਹਾ ਸੀਗਾ ਵੀ ਤੁਸੀਂ ਪਿਛਲੇ ਸੈਗਮੈਂਟ 'ਚ ਗੱਲ ਕੀਤੀ MSP ਦੀ ਤੇ ਸਰੋਂ ਦੀ, ਸਨਫਲਾਵਰ ਦੀ, ਤੇ ਮੈਂ ਸੋਚ ਰਿਹਾ ਸੀਗਾ ਵੀ ਬਿਟਵੀਨ ਰਸ਼ੀਆ ਤੇ ਯੂਕਰੇਨ ਇਹ ਦੁਨੀਆ ਦੀ 1/4 ਕਣਕ ਪੈਦਾ ਕਰਦੇ ਨੇ, ਜਿਹੜੇ ਜੇ ਉਸ ਖਿੱਤੇ ਵਿੱਚ ਜੰਗ ਲੱਗ ਜਾਵੇ ਤੇ ਨਿਊਕਲੀਅਰ ਆਰਮਡ ਹੋਵੇ ਇੱਕ ਸਾਈਡ ਤੇ ਦੂਸਰੀ ਸਾਈਡ ਵੱਲ ਨਿਊਕਲੀਅਰ ਆਰਮਡ ਨਾਟੋ ਦੇ ਮੁਲਕ ਇਕੱਠੇ ਖੜੇ ਹੋਣ, ਤੇ ਫਿਰ ਸਾਨੂੰ ਇਹ ਸਮਝ ਆ ਜਾਣੀ ਚਾਹੀਦੀ ਹੈ ਵੀ ਇਹ ਜੰਗ ਬੜੀ ਛੇਤੀ ਘਰ ਆਉਂਦੀ ਹੁੰਦੀ ਹੈ। ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਟੀਵੀ ਦੇ ਡਿਬੇਟ ਅੱਜ ਕੱਲ੍ਹ ਰੋਟੀ ਦੀ ਤੇ ਨਾਨ ਦੀ ਕੀਮਤ ਬਾਰੇ ਨੇ, ਤੇ ਸਰਕਾਰ ਆਰਡੀਨੈਂਸ ਜਾਰੀ ਕਰ ਰਹੀ ਹੈ ਵੀ ਨਾਨ ਦੀ ਘੱਟੋ ਘੱਟ ਸਾਈਜ਼ ਇੰਨਾ ਹੋਵੇਗਾ ਤੇ ਰੋਟੀ ਦਾ ਸਾਈਜ਼ ਇੰਨਾ ਹੋਵੇਗਾ। ਗੰਦਮ ਦਾ ਉੱਥੇ ਕ੍ਰਾਈਸਿਸ ਆਇਆ, ਗੰਦਮ ਉੱਥੇ ਉਹਨੂੰ ਉਰਦੂ ਦੇ ਵਿੱਚ ਉਹ ਕਣਕ ਨੂੰ ਕਹਿੰਦੇ ਨੇ, ਤੇ ਪਾਕਿਸਤਾਨ ਦੇ ਵਿੱਚ ਆਟੇ ਦੇ ਰੇਟਾਂ ਨੂੰ ਲੈ ਕੇ ਡਿਸਕਸ਼ਨਸ ਇਸ ਵੇਲੇ ਜ਼ੋਰਾਂ ਤੇ ਨੇ। ਇਸ ਅੱਗ ਦਾ ਇੱਥੇ ਤੱਕ ਆਉਣ ਲੱਗਿਆ ਵੀ ਕੋਈ ਬਹੁਤਾ ਸਮਾਂ ਨਹੀਂ। ਮੈਂ ਤੁਹਾਨੂੰ ਇਹ ਪੁੱਛਣਾ ਚਾਹ ਰਿਹਾ ਕਿ ਇਹ ਜਿਸ ਵੇਲੇ ਚਾਈਨਾ ਦਾ ਵਿੱਚ ਇੱਕ ਐਲੀਮੈਂਟ ਆ ਜਾਂਦਾ ਤਾਂ ਇਹ ਜੰਗ ਕਿਵੇਂ ਸਾਡੇ ਘਰ ਤੱਕ ਆਉਂਦੀ ਹੈ। ਤੇ ਦੂਸਰਾ, ਇਹਨਾਂ ਨੇ ਗੱਲ ਕੀਤੀ ਸੀ ਵੀ 1962 ਦੇ ਕਿਊਬਨ ਮਿਜ਼ਾਈਲ ਕ੍ਰਾਈਸਿਸ ਦੀ। ਮੈਂ ਇਹ ਸੋਚ ਰਿਹਾ ਸੀ ਵੀ ਪਿਊਤਿਨ ਨੇ ਵੀ ਕਿਤੇ ਸਾਡੇ ਤੋਂ ਹੀ ਸਿੱਖਿਆ। 1971 ਵਿੱਚ ਬੀਬੀ ਇੰਦਰਾ ਗਾਂਧੀ ਜੀ ਨੇ ਕੀ ਕੀਤਾ ਸੀ, ਅਸੀਂ ਬੰਗਲਾਦੇਸ਼ ਕਿਵੇਂ ਬਣਾਇਆ ਸੀ। ਐਗਜ਼ੈਕਟਲੀ ਕੀ ਪਿਊਤਿਨ ਉਹੀ ਨਹੀਂ ਕਰ ਰਿਹਾ? ਕੀ ਪਿਊਤਿਨ 1971 ਨਹੀਂ ਕਰ ਰਿਹਾ ਉੱਥੇ? ਅਸਲ ਦੇ ਵਿੱਚ ਇੱਕ ਇਹ ਗੱਲ ਲੱਗ ਰਹੀ ਸੀ ਪਹਿਲਾਂ, ਕਿਉਂਕਿ ਦੁਨੀਆ ਜਿਵੇਂ ਬਦਲਦੀ ਹੈ, ਸੈਕੰਡ ਵਰਲਡ ਵਾਰ ਤੋਂ ਬਾਅਦ ਫਿਰ ਚੱਲਿਆ ਮਾਹੌਲ, ਔਰ ਫਿਰ ਇਹ ਬਦਲਿਆ ਜਦੋਂ ਸੋਵੀਅਤ ਯੂਨੀਅਨ ਟੁੱਟ ਗਿਆ 90s ਦੇ ਵਿੱਚ। ਉਦੋਂ ਲੱਗਿਆ ਵੀ ਹੁਣ ਸ਼ਾਇਦ ਯੂਨੀਪੋਲਰ ਵਰਲਡ ਹੋ ਗਿਆ, ਹੁਣ ਅਮਰੀਕਾ ਹੋ ਗਿਆ, ਹੁਣ ਸ਼ਾਇਦ ਉਸ ਲੈਵਲ ਦੀ ਖੇਮਾਬੰਦੀ ਨਹੀਂ ਹੋਏਗੀ। ਔਰ ਹਾਲਾਂਕਿ ਅਮਰੀਕਾ ਖੁਦ ਹੀ ਉਸ ਐਕਸਪੈਂਸ਼ਨਿਸਟ ਦੌਰ 'ਚ ਫਸਦਾ ਰਿਹਾ, ਇਰਾਕ 'ਚ ਫਸਿਆ, ਅਫਗਾਨਿਸਤਾਨ 'ਚ ਫਸਿਆ, ਔਰ ਉਹ ਵੀ ਇੱਕ ਗੱਲ ਤਾਂ ਕਲੀਅਰ ਹੋ ਗਈ ਹੈ ਕਿ ਦੂਜੇ ਦੇਸ਼ ਨੂੰ ਡਾਇਰੈਕਟ ਕਬਜ਼ੇ 'ਚ ਰੱਖਣਾ ਹੁਣ ਬਹੁਤਾ ਆਸਾਨ ਕੰਮ ਨਹੀਂ ਹੈ। ਮਤਲਬ ਮਿਲਟਰੀ ਦੇ ਜ਼ਰੀਏ ਵੀ ਜਾਂ ਬਾਕੀ ਦੀਆਂ ਚੀਜ਼ਾਂ ਦੇ ਜ਼ਰੀਏ ਕੁਵੈਤ ਤੋਂ ਇਰਾਕ ਜਾਣਾ ਤੇ ਅਫਗਾਨਿਸਤਾਨ 'ਚੋਂ ਫੌਜਾਂ ਹੁਣ ਵਾਪਸ ਲੈਣੀਆਂ, ਉਹ ਸਭ ਦੇ ਸਾਹਮਣੇ ਹੈ। ਪਰ ਇਹਦੇ ਨਾਲ ਦੀ ਨਾਲ ਇਹ ਹੈ ਕਿ ਹੌਲੀ ਹੌਲੀ ਜਿਵੇਂ ਜਿਵੇਂ ਇਕਨੋਮਿਕ ਢਾਂਚਾ ਬਦਲਿਆ, ਜਿਵੇਂ ਚੀਨ ਇੱਕ ਸੁਪਰ ਪਾਵਰ ਦੇ ਤੌਰ ਤੇ ਅਮਰਜ ਹੋ ਰਿਹਾ ਹੈ ਮੰਡੀ ਦੇ ਵਿੱਚ, ਆਰਥਿਕ ਤੰਤਰ ਦੇ ਵਿੱਚ ਸਾਰੇ ਕਿਤੇ, ਔਰ ਉਸੇ ਢੰਗ ਨਾਲ ਸਾਡੇ ਸਾਊਥ ਏਸ਼ੀਆ 'ਚ ਵੀ ਇਕਨੋਮਿਕਸ ਬਦਲੀ ਹੈ। ਪਹਿਲਾਂ ਪਾਕਿਸਤਾਨ ਦਾ ਡਾਇਰੈਕਟ 100% ਲਗਾ ਦੇਗਾ ਡਾਇਰੈਕਟ USA ਨਾਲ ਸੀ, ਅਮਰੀਕਾ ਨਾਲ ਸੀ, ਹੁਣ ਉਹ ਚਾਈਨਾ ਦੇ ਪ੍ਰਭਾਵ 'ਚ ਉਦੋਂ ਜ਼ਿਆਦਾ ਹੈ। ਔਰ ਇਸੇ ਕਰਕੇ ਸ਼ਾਇਦ ਮੰਨਿਆ ਜਾ ਰਿਹਾ ਕਿ ਚਾਈਨਾ ਦੀ ਵੀ ਰਾਏ ਮਸ਼ਵਰੇ ਦੇ ਨਾਲ ਹੀ ਇਮਰਾਨ ਖਾਨ ਮਤਲਬ ਰਸ਼ੀਆ ਦੇ ਵਿੱਚ ਜਾ ਕੇ ਗਿਆ ਬੈਠਾ ਉਹ। ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਦਲ ਰਹੀਆਂ ਨੇ ਉਸ ਮਾਹੌਲ ਦੇ ਵਿੱਚ, ਤਾਂ ਲਾਜ਼ਮੀ ਹੈ ਕਿ ਜੇਕਰ ਜਿਹੜਾ ਤਰੀਕਾ ਅਸੀਂ ਕਰਦੇ ਰਿਹਾ ਇਹ ਠੰਡੀ ਜੰਗ ਦੇ ਦੌਰ ਦੇ ਵਿੱਚ ਤਾਂ ਠੀਕ ਲੱਗਦਾ ਸੀਗਾ ਵੀ ਸ਼ਾਇਦ ਜੀ ਸੋਵਰਨ ਕੰਟਰੀ ਹੈ, ਦੂਜੇ ਨੂੰ ਅਸੀਂ ਅਲੱਗ ਕਰਾਤਾ ਸੀ, ਬੰਗਲਾਦੇਸ਼ ਅਲੱਗ ਕਰਾਤਾ ਸੀ ਬਾਕੀ, ਪਰ ਅਸੀਂ ਬੰਗਲਾਦੇਸ਼ ਅਲੱਗ ਕਰਾ ਕੇ ਵੀ ਪ੍ਰੋਬਲਮ ਸੋਲਵ ਥੋੜੀ ਕਰ ਲਈ ਕੋਈ। ਜਾਂ ਤਾਂ ਆਪਾਂ ਇਹ ਕਹੀਏ ਕਿ ਬੰਗਲਾਦੇਸ਼ ਅਲੱਗ ਹੋ ਗਿਆ ਤੇ ਹੁਣ ਪਾਕਿਸਤਾਨ ਕਮਜ਼ੋਰ ਹੋ ਗਿਆ, ਸਾਡੀ ਪ੍ਰੋਬਲਮ ਉਹ ਸਾਰੀਆਂ ਪ੍ਰੋਸੈਸ ਨੇ। ਪਰ ਜਿਹੜੀ ਅਜੇ ਵੀ ਸਾਡੇ ਦੁਨੀਆ ਦੇ ਵਿੱਚ ਚੱਲ ਰਹੀ ਹੈ ਨਾ ਵਾਰ ਇਕਨੋਮੀ ਦਾ ਮਾਮਲਾ, ਹਥਿਆਰਾਂ ਦਾ ਸਵਾਲ, ਔਰ ਵੱਡੇ ਦੇਸ਼ ਭਾਵੇਂ ਪੱਛਮੀ ਯੂਰਪ ਆਪਸ 'ਚ ਨਹੀਂ ਲੜਿਆ ਪਰ ਪੁਰਾਣਾ ਲੜਦਾ ਰਿਹਾ ਸੀ, ਪਰ ਉੱਥੋਂ ਹਥਿਆਰ ਤਾਂ ਲਗਾਤਾਰ ਯੂਕਰੇਨ ਵੀ ਉਹਨਾਂ ਦੀ ਮੰਡੀ ਹੈ ਔਰ ਭਾਰਤ ਵੀ ਉਹਨਾਂ ਦੀ ਮੰਡੀ ਹੈ, ਪਾਕਿਸਤਾਨ ਵੀ ਉਹਨਾਂ ਦੀ ਮੰਡੀ ਹੈ, ਤੇ ਇਸ ਟੈਨਸ਼ਨ ਨੂੰ ਉਸ ਰੂਪ ਦੇ ਵਿੱਚ ਵੀ ਕੀਤਾ ਜਾ ਰਿਹਾ ਹੈ। ਪਰ ਹੁਣ ਦੁਨੀਆ ਦੇ ਵਿੱਚ ਜਿਹੜਾ ਬੜਾ ਸੰਕਟ ਆ ਰਿਹਾ ਰੁਜ਼ਗਾਰ ਦਾ, ਬਾਕੀ ਦੇ ਮਾਮਲਿਆਂ ਦਾ, ਜਿਹਦੇ 'ਚ ਇੱਕ ਫੋਰਮ ਵੀ ਬਣਿਆ ਉਦੋਂ ਬਾਅਦ ਬ੍ਰਿਕਸ ਦੇ ਨਾਂ ਤੇ ਨਾ, ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਤੇ ਇਹ ਸਾਰਾ, ਇਹ ਅਲੱਗ-ਅਲੱਗ ਇੱਥੇ ਚਾਹੇ 42% ਪਾਪੂਲੇਸ਼ਨ ਹੈ ਇਸ ਖਿੱਤੇ ਦੇ ਵਿੱਚ। ਹਮੀਰ ਜੀ, ਕੀ ਅਸੀਂ ਵੀ ਇਹਦੇ ਵਿੱਚ ਰਲੇ ਹੋਏ ਹਾਂ? ਸਾਡੀ ਆਵਾਜ਼ ਜਿਸ ਕਿਸਮ ਦੀ ਯੂਕਰੇਨ ਦੇ ਉੱਤੇ ਨਿਕਲੀ ਹੈ, ਉਹ ਅਸੀਂ ਅਜੇ ਵੀ ਕਲੀਅਰ ਕੰਡੈਮਨੇਸ਼ਨ ਦੇ ਵਿੱਚ ਨਹੀਂ ਆ। ਅਸੀਂ ਪਹਿਲਾਂ ਸਿਚੁਏਸ਼ਨ ਨੂੰ ਕਲੋਜ਼ਲੀ ਦੇਖ ਰਹੇ ਸੀ, ਹੁਣ ਅਸੀਂ ਵੈਰੀ ਕਲੋਜ਼ਲੀ ਦੇਖ ਰਹੇ ਹਾਂ। ਪਹਿਲਾਂ ਅਸੀਂ ਕੰਸਰਨਡ ਸੀਗੇ, ਹੁਣ ਅਸੀਂ ਰਿਗਰੈਟ ਕਰ ਰਹੇ ਹਾਂ। ਸਾਡੀ ਕਲੀਅਰ ਕੋਈ ਅਪਰੋਚ ਨਹੀਂ ਹੈ ਇਹਦੇ ਤੇ। ਇੱਕ ਜ਼ਮਾਨੇ ਤੱਕ ਇੰਡੀਆ ਚੱਲਦਾ ਰਿਹਾ ਕਿ ਅਸੀਂ ਨਾਨ ਅਲਾਈਨ ਮੂਵਮੈਂਟ ਦੇ ਆਗੂ, ਪੰਚਸ਼ੀਲ ਵਾਲੇ ਲੋਕ ਸੀ ਸਾਡਾ ਕਿਸੇ, ਹਾਲਾਂਕਿ ਪ੍ਰੈਕਟੀਕਲੀ ਤਾਂ ਨਾਨ ਅਲਾਈਨ ਨਹੀਂ ਰਹੇ ਉਦੋਂ ਵੀ। ਜੇ 71 ਦੀ ਲੜਾਈ ਦੇ ਵਿੱਚ ਸੋਵੀਅਤ ਯੂਨੀਅਨ ਇੰਡੀਆ ਨਾਲ ਖੜਾ ਦਿਖਾਈ ਦੇ ਰਿਹਾ ਸੀ, ਡਾਇਰੈਕਟਲੀ ਖੜਾ ਦਿਖਾਈ ਦੇ ਰਿਹਾ ਸੀ, ਤਾਂ ਨਾਨ ਅਲਾਈਨ ਨਾਲ ਹੀ ਉਸ ਲੈਵਲ ਦੀ ਗੱਲ ਨਹੀਂ ਹੈ। ਔਰ ਪਰ ਫਿਰ ਵੀ ਇੱਕ ਅਪਰੋਚ ਦੇ ਤੌਰ ਤੇ ਜਦੋਂ ਤੁਸੀਂ ਇੰਟਰਨੈਸ਼ਨਲ ਫੋਰਮ ਤੇ ਮਤਲਬ ਗੱਲ ਕਰਦੇ ਸੀ ਕਿ ਅਸੀਂ ਅਮਨ ਪਸੰਦ ਆ ਤੇ ਅਸੀਂ ਨਹੀਂ ਚਾਹੁੰਦੇ ਕਿ ਇਸ ਲੈਵਲ ਦੀ ਗੱਲ ਹੋਵੇ, ਇਹ ਸਿਆਣੀ ਗੱਲ ਨਹੀਂ ਕਰ ਰਹੇ, ਹੁਣ ਤਾਂ ਅਸੀਂ ਉਹ ਵੀ ਨਹੀਂ ਕਰ ਰਹੇ। ਪਰ ਹਮੀਰ ਜੀ, ਤੁਸੀਂ ਕਹਿ ਤਾਂ ਰਹੇ ਹੋ ਕਿ ਅਸੀਂ ਨਹੀਂ ਕਰ ਰਹੇ। ਜਿਸ ਤਰ੍ਹਾਂ ਸਟੈਂਡ, ਕਿਉਂਕਿ ਖਾਲਿਦ ਸਾਹਿਬ ਦੁਨੀਆ ਦੇ ਰਿਲੇਸ਼ਨਸ ਵਿੱਚ ਇੰਟਰਨੈਸ਼ਨਲ ਲੈਵਲ ਤੇ ਜਿਸ ਵੇਲੇ ਤੁਸੀਂ ਸਟੈਂਡ ਨਹੀਂ ਲੈਂਦੇ ਤਾਂ ਇਹ ਵੀ ਇੱਕ ਸਟੈਂਡ ਹੁੰਦਾ ਹੈ ਕਿ ਦਰਅਸਲ ਕਿਉਂਕਿ ਸਾਨੂੰ ਅਮਰੀਕਾ ਵੀ ਚਾਹੀਦਾ, ਅਸੀਂ ਇੰਨੀ ਕਲੋਜ਼ ਅਮਰੀਕਾ ਦੇ ਜਾ ਚੁੱਕੇ ਹੋਏ ਹਾਂ। ਜਿਸ ਕਿਸਮ ਦੀਆਂ ਸਾਡਾ ਚਾਈਨਾ ਦੇ ਨਾਲ ਇੱਕ ਵਪਾਰ ਵੀ ਚੱਲ ਰਿਹਾ, ਇੱਕ ਰਾਈਵਲਰੀ ਵੀ ਚੱਲ ਰਹੀ ਹੈ, ਇਮਰਜਿੰਗ ਸੁਪਰ ਪਾਵਰ ਜਿਹੜੀ ਨੈਕਸਟ ਉਹ ਚਾਈਨਾ ਦਿਖਾਈ ਦੇ ਰਿਹਾ। ਰਸ਼ੀਆ ਦੇ ਨਾਲ ਸਾਡੀ ਬੜੀਆਂ ਪੁਰਾਣੀਆਂ ਸਟ੍ਰੈਟੇਜਿਕ ਸਾਂਝਾਂ ਨੇ। ਤੁਹਾਡਾ 60% ਡਿਫੈਂਸ ਦਾ ਇਕਵਿਪਮੈਂਟ ਹੀ ਰਸ਼ੀਅਨ ਹੈ। ਤੁਸੀਂ ਹੁਣ ਨੈਕਸਟ ਮਿਜ਼ਾਈਲ 400 ਸਿਸਟਮ ਖਰੀਦਣਾ ਹੈ ਤੇ ਅਮਰੀਕਾ ਨੇ ਇੱਕ ਕਾਨੂੰਨ ਬਣਾਇਆ ਹੋਇਆ ਹੈ
ਕਿ ਅਸੀਂ ਉਹਨਾਂ ਮੁਲਕਾਂ ਦੇ ਖਿਲਾਫ ਐਕਸ਼ਨ ਲਵਾਂਗੇ ਜਿਹੜੇ ਰੂਸ ਦੇ ਨਾਲ ਇਸ ਕਿਸਮ ਦਾ ਕੋਈ ਸਟਰਕਚਰ ਰੱਖਣਗੇ ਹਥਿਆਰਾਂ ਦਾ, ਤੇ ਉਹਦੇ ਵਿੱਚੋਂ ਇੰਡੀਆ ਨੂੰ ਵੇਵਰ ਚਾਹੀਦਾ ਅਮਰੀਕਾ ਤੋਂ। ਸੋ ਅਸੀਂ ਬਚ ਬਚਾ ਕੇ ਨਾ ਸਟੈਂਡ ਲੈਣ ਵਰਗਾ ਸਟੈਂਡ ਲੈਣਾ, ਤੇ ਮੋਦੀ ਜੀ ਉਹੀ ਕਰ ਰਹੇ ਨੇ। ਦੇਖੋ ਇਹ ਸੈਕੰਡ ਟਾਈਮ ਹੈ ਹਾਂ ਕਿ ਇੰਡੀਆ ਦੀ ਡਿਪਲੋਮੇਸੀ ਇੱਕ ਡਿਲੇਮੇ ਦੇ ਵਿੱਚ ਹੈ। ਪਹਿਲਾ ਸੀਗਾ ਜਿਸ ਵੇਲੇ ਸੋਵੀਅਤ ਇੰਟਰਵੈਂਸ਼ਨ ਅਫਗਾਨਿਸਤਾਨ 'ਚ ਹੋਈ ਹੈ, ਹਾਂ ਇੰਡੀਆ ਨੇ ਓਪਨਲੀ ਕੰਡੈਮ ਨਹੀਂ ਕੀਤਾ। ਕਥਾ ਕਲਾਮੀ ਲਈ ਮਾਫੀ, ਮੈਂ ਸਿਰਫ ਇੰਨੀ ਗੱਲ ਕਹਿ ਰਿਹਾ ਕਿ ਇਹ ਡਾਇਲੇਮਾ ਕੀ ਡਿਜ਼ਾਈਨਡ ਨਹੀਂ ਹੈ ਤੇ ਅਸਲ ਵਿੱਚ ਸਿਆਣਪ ਨਹੀਂ ਹੈ। ਮੈਂ ਤੁਹਾਨੂੰ ਦੱਸਦਾ ਸਿਆਣਪ ਨਹੀਂ ਹੈ, ਤੁਹਾਨੂੰ ਪਤਾ ਨਹੀਂ ਲੱਗ ਰਿਹਾ ਵੀ ਕਰੀਏ ਕਿਆ ਇਸ ਸਿਚੁਏਸ਼ਨ ਦੇ ਵਿੱਚ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਯੂਨਾਈਟਿਡ ਨੇਸ਼ਨਸ ਤੁਸੀਂ ਕੀ ਕਿਹਾ, ਤੁਹਾਡਾ ਜਿਹੜਾ ਉੱਥੇ ਪਰਮਾਨੈਂਟ ਐਮਬੈਸਡਰ ਹੈ ਜੀ, ਉਹਨੇ ਕਿਹਾ ਜੀ ਕਿ ਡੀਐਸਕੇਲੇਸ਼ਨ ਹੋਣੀ ਚਾਹੀਦੀ ਹੈ। ਉਹ ਸਾਰਿਆਂ ਨੂੰ ਪਤਾ ਡੀਐਸਕੇਲੇਸ਼ਨ ਹੋਣੀ ਚਾਹੀਦੀ ਹੈ। ਗੱਲ ਇਹ ਹੈ ਵੀ ਤੁਸੀਂ ਕੋਈ ਨਵੀਂ ਚੀਜ਼ ਕਹਿਣਾ ਚਾਹੁੰਦੇ ਹੋ ਕਿਵੇਂ ਰਿਜ਼ੋਲਵ ਕਰੋਗੇ। ਕੱਲ ਪ੍ਰਾਈਮ ਮਿਨਿਸਟਰ ਮੋਦੀ ਦੀ ਪਿਊਟਿਨ ਨਾਲ ਕਹਿੰਦੇ ਗੱਲ ਹੋਈ ਹੈ 20-25 ਮਿੰਟ, ਉਹਦੇ ਵਿੱਚ ਉਹੀ ਉਹਨਾਂ ਨੇ ਕਿਹਾ ਕਿ ਡੀਐਸਕੇਲੇਟ ਕਰੋ ਤੇ ਜੰਗ ਚੰਗੀ ਗੱਲ ਨਹੀਂ ਹੁੰਦੀ, ਜੰਗ ਵਧੀਆ ਨਹੀਂ ਹੁੰਦੀ, ਉਹ ਸਾਰਾ ਕੁਝ। ਗੱਲ ਇਹ ਹੈ ਤੁਸੀਂ ਕੋਈ ਅਲਟਰਨੇਟਿਵ ਮਾਡਲ ਦੇ ਰਹੇ ਹੋ, ਤੁਸੀਂ ਵਿਚਾਲੇ ਕਿਵੇਂ ਫਸੇ ਹੋਏ ਹੋ। ਤੁਸੀਂ ਇੰਡੀਆ ਇਸ ਵੇਲੇ ਇਫੈਕਟਿਵਲੀ ਇੱਕ ਸਟ੍ਰੈਟੇਜਿਕ ਨੈਕਸਸ ਦਾ ਪਾਰਟ ਹੈ ਜਿਹਨੂੰ ਕਹਿੰਦੇ ਆ ਇਜ਼ਰਾਈਲ, ਅਮਰੀਕਾ ਐਂਡ ਇੰਡੀਆ। ਦੂਸਰੇ ਪਾਸੇ ਤੁਸੀਂ ਇੱਕ ਕਾਊਂਟਰ ਉਹ ਖੜਾ ਕਰਤਾ ਹੈ, ਦੈਟ ਇਜ਼ ਪਾਕਿਸਤਾਨ, ਚਾਈਨਾ, ਰਸ਼ੀਆ। ਉਸ ਚੀਜ਼ ਨੂੰ ਸਾਹਮਣੇ ਰੱਖਦੇ ਹੋਏ ਤੁਸੀਂ ਜਿਹੜਾ ਹੈਗਾ ਵਿਚਾਲੇ ਕਿਵੇਂ ਫਸ ਗਏ ਹੋ। ਫੋਰ ਐਗਜ਼ਾਮਪਲ ਤੁਸੀਂ ਕਿਹਾ ਤੇਲ ਦੇ ਰੇਟ ਵਧਣਗੇ, ਅੱਜ ਆਰਬੀਆਈ ਨਾਲ ਹੀ ਇਹਦਾ ਜਵਾਬ ਦੇ ਦਿਓ ਵੀ ਸਾਡੀ ਇੰਨੀ ਔਕਾਤ ਵੀ ਹੈ ਕਿ ਅਸੀਂ ਕੁਝ ਕਰ ਸਕਦੇ ਹਾਂ। ਆਰਬੀਆਈ ਗਵਰਨਰ ਨੇ ਕਹਿਤਾ ਇਨਫਲੇਸ਼ਨ ਵਧੇਗੀ, ਉਸ ਤੋਂ ਬਾਅਦ ਜਿਹੜੀਆਂ ਸਪਲਾਈ ਲਾਈਨਸ ਹੈ ਉਹ ਸਾਰੀਆਂ ਜਿਹੜੀਆਂ ਹੈਗੀਆਂ ਇਫੈਕਟ ਹੋਣਗੀਆਂ, ਉਹਦਾ ਪ੍ਰਭਾਵ ਪਏਗਾ। ਉਹ ਸਾਨੂੰ ਇਹ ਨਹੀਂ ਸਮਝ ਲੱਗ ਰਿਹਾ ਵੀ ਸਾਨੂੰ ਜਾਂ ਤਾਂ ਪਹਿਲਾਂ ਹੀ ਇਹਦਾ ਨੈਰੇਟਿਵ ਕੋਈ ਬਿਲਡ ਕਰਨਾ ਚਾਹੀਦਾ ਸੀਗਾ, ਅਸੀਂ ਉਸ ਵੇਲੇ ਤਾਂ ਚੁੱਪ ਕਰਕੇ ਬੈਠੇ ਰਹੇ। ਜਿਸ ਵੇਲੇ ਐਕਚੁਅਲੀ ਅਟੈਕ ਹੋ ਗਿਆ ਹੁਣ ਅਸੀਂ ਦੇਖ ਰਹੇ ਹਾਂ ਵੀ ਹੁਣ ਕਰੀਏ ਕਿਆ। ਔਰ ਸਾਡੀ ਡਿਪਲੋਮੇਸੀ ਇਨਫੈਕਟ ਅਸੀਂ 5th ਲਾਰਜੈਸਟ ਜਿਹੜੀ ਹੈਗੀ ਹੈ ਇਕਨੋਮੀ ਹੈ ਵਰਲਡ ਦੀ, ਔਰ ਐਡਾ ਵੱਡਾ ਹੈ 3rd ਲਾਰਜੈਸਟ ਸਾਡੇ ਕੋਲ ਆਰਮੀ ਹੈ, ਹੋਰ ਬੜਾ ਕੁਝ ਹੈ, ਨਿਊਕਲੀਅਰ ਪਾਵਰ ਹੈ, ਸੁਪਰ ਪਾਵਰ, ਨਿਊਕਲੀਅਰ ਪਾਵਰ ਹੈ। ਅਸੀਂ ਕਹਿੰਦੇ ਜੀ ਚਾਈਨਾ ਨੂੰ ਪਿੱਛੇ ਛੱਡ ਦੇਣਾ, ਅਸੀਂ 5 ਬਿਲੀਅਨ ਇਕਨੋਮੀ ਬਣਾ ਲੈਣੀ ਹੈ, 5 ਟ੍ਰਿਲੀਅਨ। ਲੇਕਿਨ ਸਾਨੂੰ ਇਹ ਨਹੀਂ ਪਤਾ ਵੀ ਕ੍ਰਾਈਸਿਸ ਵੇਲੇ ਕਿਸ ਤਰੀਕੇ ਦੇ ਨਾਲ ਇੱਕ ਲੀਡਰਸ਼ਿਪ ਰੋਲ ਲੈਣਾ। ਅਦਰਵਾਈਜ਼ ਅਸੀਂ ਘਰ ਦੇ ਵਿੱਚ ਬਹੁਤ ਵੱਡੇ ਸ਼ੇਰ ਆ, ਸਾਡਾ 56 ਇੰਚ ਦਾ ਸੀਨਾ ਵੀ ਹੋ ਸਕਦਾ, 76 ਦਾ ਵੀ ਹੋ ਸਕਦਾ। ਅਸਲ ਦੇ ਵਿੱਚ ਜਿਹੜਾ ਇਹੀ ਹੈ ਨਾ, ਸਾਡੀ ਯੂਐਨ ਚ ਪਰਮਾਨੈਂਟ ਸੀਟ ਚਾਹੀਦੀ ਹੈ। ਇਹ ਅਪਰੋਚ ਵੀ ਪ੍ਰੋਬਲਮੈਟਿਕ ਹੁੰਦੀ ਹੈ। ਇਹਦੀ ਕੀਮਤ ਅਸੀਂ ਪਤਾ ਨਹੀਂ ਕਿੰਨੀ ਕੁ ਅਦਾ ਕਰੀ ਜਾ ਰਹੇ ਹਾਂ, ਪਤਾ ਨਹੀਂ ਕਿੰਨਾ ਚਿਰ ਅਦਾ ਕਰੀ ਜਾ ਰਹੇ ਹਾਂ। ਜੇ ਅਸੀਂ ਸਟੈਂਡ ਇਹ ਲਈਏ ਜਿਹੜਾ ਜੇ ਪੰਚਸ਼ੀਲ ਦਾ ਸਟੈਂਡ ਸੀ, ਜੇ ਨਾਨ ਅਲਾਈਨਮੈਂਟ ਦਾ ਮੂਵਮੈਂਟ ਦਾ ਸਾਡਾ ਅਪਰੋਚ ਹੁੰਦੀ, ਫਿਰ ਅਸੀਂ ਕਹਿੰਦੇ ਵੀਟੋ ਖਤਮ ਕਰੋ। ਵੀਟੋ ਵਾਲਾ ਬੰਦਾ ਉਧਰ ਅਮਰੀਕਾ ਕੋਲ ਵੀਟੋ ਹੈ ਜੀ, ਤੇ ਮਰਜ਼ੀ ਹਮਲਾ ਕਰ ਲੈਂਦਾ, ਯੂਐਨ ਦੀ ਪੰਚਾਇਤ ਬੈਠੀ ਰਹਿੰਦੀ ਹੈ ਵਿਚਾਰੀ। ਤੇ ਹੁਣ ਵੀਟੋ ਵਾਲੇ 2 ਦੇਸ਼ ਬੈਠੇ ਹੋਏ ਨੇ, ਤੇ ਚਾਈਨਾ ਤੇ ਰਸੀਆ ਇੱਕ ਪਾਸੇ, ਤੇ ਅਸੀਂ ਕੀ ਕਰ ਸਕਦੇ ਹਾਂ? ਮਤਲਬ ਯੂਐਨ ਉਹ ਕੀ ਕਰ ਸਕਦੇ? ਮਤਾ ਪਾਸ ਕਰ ਸਕਦੀ ਹੈ ਨਾ, ਮਤਾ ਪਾਸ ਕਰਤਾ ਯੂਨਾਈਟਿਡ ਨੇਸ਼ਨਸ ਨੇ ਮਤਾ ਪਾਸ ਕੀਤਾ ਇਰਾਕ ਦੇ ਉੱਪਰ ਯੂਨਾਈਟਿਡ ਨੇਸ਼ਨਸ ਨੇ ਮਤਾ ਪਾਸ ਕੀਤਾ, ਰਸ਼ੀਆ ਚੁੱਪ ਰਿਹਾ, ਚਾਈਨਾ ਚੁੱਪ ਰਿਹਾ, ਨੋ ਵੀਟੋ। ਬਿਲਕੁਲ ਅੱਜ ਕਰਕੇ ਦੇਖੋ, ਚਾਈਨਾ ਵੀ ਵੀਟੋ ਕਰੂਗਾ, ਰਸ਼ੀਆ ਵੀ ਵੀਟੋ ਕਰੂਗਾ। ਤੁਸੀਂ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਵਿੱਚ ਇਹ ਮਸਲਾ ਡਿਸਕਸ ਹੀ ਨਹੀਂ ਕਰ ਸਕਦੇ, ਉਹਨਾਂ ਨੇ ਪਹਿਲੇ ਹੀ ਵੀਟੋ ਕਰ ਦੇਣਾ, ਇਹ ਨਹੀਂ ਡਿਸਕਸ ਹੋਣਾ। ਤੇ ਵੀਟੋ ਜਿਹੜੀ ਅੱਜ ਦੇ ਡੈਮੋਕ੍ਰੈਟਿਕ ਯੁੱਗ ਦੇ ਵਿੱਚ ਇਹ ਚਰਚਾ ਕਿਉਂ, ਇਹ ਉਹ ਰਾਮ ਗਊ ਕਿਉਂ ਬਣਾਈ ਹੋਈ ਹੈ ਨਾ, ਵੀ ਇਹਦੇ ਤੇ ਨਹੀਂ ਚਰਚਾ ਹੋਣੀ, ਤੇ ਇਹਦੇ ਤੇ ਵੀ ਤਾਂ ਚਰਚਾ ਹੋਣੀ ਚਾਹੀਦੀ ਹੈ। ਜੇ ਕੁਐਸਚਨ ਜਿੱਦੀ ਗੱਲ ਹੋਵੇ ਤਾਂ ਕੋਈ ਕੰਟਰੀ ਜਿਹੜਾ ਕਰੂਗਾ, ਭਾਰਤ ਵਰਗਾ ਜੇ ਵੱਡਾ ਕੰਟਰੀ ਆ, ਉਨੀ ਲੜਾਈ ਨਹੀਂ ਉਸ ਲੈਵਲ ਤੇ ਅਸੀਂ ਜਾ ਸਕਦੇ, ਜਾਂ ਬਾਕੀ ਦੀਆਂ ਚੀਜ਼ਾਂ ਨੇ ਤਾਂ ਅਪਰੋਚ ਦੇ ਲੈਵਲ ਤੇ ਤਾਂ ਗੱਲ ਕੀਤੀ ਜਾ ਸਕਦੀ ਹੈ ਜੀ। ਮੈਨੂੰ ਨਾ ਸਿਰਫ ਉਹ ਪੋਲੋਨੀਅਸ ਯਾਦ ਆ ਰਿਹਾ, ਹੈਮਲੈਟ ਦਾ। ਸ਼ੇਕਸਪੀਅਰ ਕਹਿੰਦਾ ਨਾ ਵੀ ਉਹ ਥਰੂ ਦਿਸ ਮੈਡਨੈਸ देयर इज स्टिल ਮੈਥਡ ਇਨ ਇਟ, ਮੈਥਡ ਇਨ ਮੈਡਨੈਸ ਹੈ। ਤੁਹਾਨੂੰ ਜਾਪਦਾ ਹੈ ਕਿ ਜੋ ਪਿਊਤਿਨ ਪੱਤਾ ਖੇਲ ਰਿਹਾ ਹੈ ਇਹਦੇ ਵਿੱਚ ਇੱਕ ਮੈਥਡ ਇਨ ਮੈਡਨੈਸ ਹੈ, ਤੇ ਸਾਰਾ ਕੁਝ ਬੜੇ ਮੈਜਰਡ ਤਰੀਕੇ ਨਾਲ, ਕੈਲੀਬ੍ਰੇਟਿਡ ਤਰੀਕੇ ਨਾਲ ਚੱਲ ਰਿਹਾ ਹੈ। ਦਰਅਸਲ ਦੇਖੋ, ਜਦੋਂ ਸ਼ੀਤ ਯੁੱਧ ਸਿਰੇ ਤੇ ਵੀ ਸੀ ਨਾ, ਉਦੋਂ ਵੀ ਸਾਰਾ ਯੂਰਪ ਜਿਹੜਾ ਜਿਹਨੂੰ ਸਵੇਰ ਤੋਂ ਸ਼ਾਮ ਤੱਕ ਕਮਿਊਨਿਜ਼ਮ ਤੋਂ ਖਤਰਾ ਰਹਿੰਦਾ ਸੀ, ਉਹ ਰਸ਼ੀਆ ਤੋਂ એનર્ਜੀ ਖਰੀਦਦਾ ਸੀ। ਤੇ ਹੁਣ ਵੀ ਰਸ਼ੀਆ ਤੋਂ એનર્ਜੀ ਲਗਾਤਾਰ ਖਰੀਦਣੀ ਹੀ ਪਵੇਗੀ, ਭਾਵੇਂ ਜਿੰਨੀਆਂ ਮਰਜ਼ੀ ਸੈਂਕਸ਼ਨਸ ਲਾਈ ਜਾਣ। ਉਹ ਰਸ਼ੀਆ ਵੀ ਐਕਸਪੋਰਟਰ એનર્ਜੀ ਦਾ ਹੈਗਾ, ਤੇ ਯੂਰਪ ਨੂੰ ਉਹਦੀ ਲੋੜ ਵੀ ਹੈਗੀ ਹੈ। ਇਹ ਸਾਰੇ ਰਿਸ਼ਤੇ ਵੀ ਚੱਲਦੇ ਰਹਿਣੇ ਨੇ। ਸੋ ਇਵੈਂਚੁਅਲੀ ਕੈਲੀਬ੍ਰੇਟਡ ਮੈਡਨੈਸ ਹੈ ਕਿ ਜਿਹੜੀਆਂ ਪਾਈਪਲਾਈਨਾਂ, ਗੈਸ ਪਾਈਪਲਾਈਨਾਂ ਹੈਗੀ ਜੀ, ਉਹਨਾਂ ਨੇ ਫਿਲਹਾਲ ਜਰਮਨੀ ਨੇ ਫੋਰ ਐਗਜ਼ਾਮਪਲ ਬੰਦ ਕਰ, ਉਹ ਨੋਟ 2 ਬੰਦ ਹੋ ਗਏ। ਲੇਕਿਨ ਸਵਾਲ ਇਹ ਹੈਗਾ ਕਿ ਕੈਨ ਯੂ ਸਰਵਾਈਵ? ਤੁਹਾਨੂੰ ਪਤਾ ਹੈ ਵੀ ਗੈਸ ਦੇ ਜਿਹੜੇ ਰੇਟਸ ਹੈ ਯੂਰਪ ਦੇ ਵਿੱਚ ਕਿੱਥੇ ਪਹੁੰਚ ਗਏ ਹੈ? ਇਟ ਇਜ਼ ਜਸਟ ਬਿਕਾਜ਼ ਆਫ ਦਿਸ। ਤੁਸੀਂ ਕਿੰਨਾ 40% ਗੈਸ ਰਸ਼ੀਆ ਤੋਂ ਆਉਂਦੀ ਹੈ। ਯੂ ਕਾਂਟ ਟੇਕ ਦਾ ਪੀਪਲ ਟੂ ਦਾ ਰੈਂਸਮ, ਕਿ ਲੋਕਾਂ ਜਿਹੜੇ ਹੈਗੇ ਆ ਉਹਨਾਂ ਨੂੰ ਤੁਸੀਂ ਫਸਾ ਕੇ ਰੱਖੋ। ਦੇਖੋ, ਤੁਸੀਂ ਜਿਹੜੀ ਇੱਕ ਬੜੀ ਇੰਪੋਰਟੈਂਟ ਗੱਲ ਕੀਤੀ ਹੈ, ਮੈਂ ਦੱਸਦਾ, ਪਿਊਟਿਨ ਨੂੰ ਇਹ ਗੱਲ ਪਤਾ ਹੈ ਕਿ ਨੈਟੋ ਇਹ ਤੋਂ ਅੱਗੇ ਨਹੀਂ ਵੱਧ ਸਕਦਾ। ਉਹਨਾਂ ਨੂੰ ਇਹ ਵੀ ਪਤਾ ਹੈ ਕਿ ਨੈਟੋ ਜਾਂ ਯੂਰਪੀਅਨ ਯੂਨੀਅਨ ਦੇ ਦੇਸ਼ ਜਿਹੜੇ ਹੈਗੇ ਆ ਉਹ ਜੰਗ 'ਚ ਨਹੀਂ ਜਾ ਸਕਦੇ।
ਕਿਉਂਕਿ ਤੁਹਾਨੂੰ ਪਤਾ ਫਸਟ ਵਰਲਡ ਵਾਰ ਕਿੱਥੋਂ ਸ਼ੁਰੂ ਹੋਈ ਸੀ, ਛੋਟੀ ਜੀ ਗੱਲ ਤੋਂ ਸ਼ੁਰੂ ਹੋਈ ਸੀ ਨਾ, ਮੈਂ ਕਹਿੰਦਾ ਹੰਗੇਰੀਅਨ ਐਮਪਾਇਰ ਤੋਂ ਸ਼ੁਰੂ ਹੋਈ ਮੈਂ ਕਹਿੰਦਾ ਜੀ ਫਰਡੀਨਾਂਡ ਦੀ ਕਾਰ ਪੁਲੀ ਤੋਂ ਪਹਿਲਾਂ ਮੁੜ ਜਾਂਦੀ ਤੇ ਨਾ ਉਹਦਾ ਮਾਰਦੇ ਨੈਵਿਊ ਨਾ ਜੰਗ ਸ਼ੁਰੂ ਹੁੰਦੀ, ਨਾ ਜੰਗ ਸ਼ੁਰੂ ਔਰ ਉਹ ਜੰਗ ਨੇ ਪੂਰਾ ਯੂਰਪ ਲਪੇਟ ਲਿਆ। ਸੈਕੰਡ ਵਰਲਡ ਵਾਰ ਦੇ ਵਿੱਚ ਹੋਰ ਵੱਡੀ ਹੋ ਗਈ, ਥਰਡ ਵਰਲਡ ਵਾਰ ਦੇ ਵਿੱਚ ਤਾਂ ਇਹ ਤਾਂ ਪੁਸ਼ ਬਟਨ ਵਾਰ ਹੈ। ਇਹਦੇ ਵਿੱਚ ਤਾਂ ਤੁਸੀਂ ਇਹ ਨਹੀਂ ਅਫੋਰਡ ਕਰ ਸਕਦੇ ਵੀ ਤੁਸੀਂ ਲੱਖ ਫੌਜ ਭੇਜਣੀ ਹੈ ਜਾਂ 2 ਲੱਖ ਫੌਜ ਨੇ, ਤੇ ਕੋਈ ਨਿਊਕਲੀਅਰ ਵਾਰ ਹੈਗੀ ਆ, ਨਿਊਕਲੀਅਰ ਸਾਰਾ ਕੁਝ। ਦੈਟ ਇਜ਼ ਇੰਟਰਸਟਿੰਗ ਐਕਚੁਅਲੀ, ਮਤਲਬ ਇਹ ਜਿਹੜੇ ਆਪਾਂ ਕਹਿ ਰਹੇ ਸੀ ਵੀ ਕੈਲੀਬ੍ਰੇਟ ਕਰ ਸਕਦੇ ਹੋ ਤੁਸੀਂ, ਨਾਪ ਤੋਲ ਸਕਦੇ ਹੋ। ਵਾਰਸ ਅਕਸਰ ਹੱਥੋਂ ਨਿਕਲੀਆਂ ਨੇ, ਉਹ ਇੱਕ ਰੇੜੀ ਵਾਲੇ ਨਾਲ, ਫਰੂਟ ਦੀ ਰੇੜੀ ਵਾਲੇ ਨਾਲ ਲੜਾਈ ਹੋ ਗਈ ਬੰਦੇ ਦੀ ਸੇਬ ਸੂਬ ਖਰੀਦਣ ਪਿੱਛੇ, ਤੇ ਐਸੀ ਲੜਾਈ ਵਧੀ ਵੀ ਮੁਲਕ ਦਰ ਮੁਲਕ ਅਰਬ ਸਪਰਿੰਗ ਵਿੱਚ ਰੁੜਦੇ ਚਲੇ ਗਏ। ਉਹ ਕਿੱਥੇ ਛੋਟੇ ਜਿਹੇ ਟਿਊਨੀਸ਼ੀਆ ਦੇ ਬਾਜ਼ਾਰ ਦੇ ਵਿੱਚ ਗੱਲ ਸ਼ੁਰੂ ਹੋਈ ਸੀ ਤੇ ਕਿੰਨੇ ਮੁਲਕ ਰੁੜ ਗਏ। ਕਈ ਵਾਰ ਸ਼ੁਰੂ ਕਰਨਾ ਤਾਂ ਤੁਹਾਡੇ ਹੱਥ 'ਚ ਹੁੰਦਾ ਪਰ ਉਹਨੂੰ ਕਲੋਜ਼ ਕਰਨਾ ਤੁਹਾਡੇ ਹੱਥ 'ਚ ਨਹੀਂ ਹੁੰਦਾ। ਕੈਨ ਇਟ ਸਪਿਨ ਆਊਟ ਆਫ ਕੰਟਰੋਲ ਵੀ ਔਰ ਉਹ ਆਊਟ ਆਫ ਕੰਟਰੋਲ ਜਾ ਸਕਦੀ ਹੈ, ਕਈ ਐਕਸੀਡੈਂਟਲ ਵੀ ਚਲੀਆਂ ਜਾਂਦੀਆਂ ਨੇ, ਕੋਈ ਜ਼ਰੂਰੀ ਨਹੀਂ ਹੈ ਜੀ। ਪਰ ਜੇ ਜਲਦੀ, ਜਿੰਨਾ ਜਲਦੀ ਜੇ ਤਾਂ ਉਹ ਮੈਨੇਜ ਹੋ ਜੇ ਤਾਂ ਤੁਹਾਡੇ ਹੱਥ 'ਚ ਕਈ ਵਾਰ ਹੁੰਦਾ ਹੈ। ਉਹਦੇ ਵੀ ਸਟੈਪ ਹੁੰਦੇ ਨੇ ਨਾ ਕਿ ਜੇ ਸਟੈਪ ਤੋਂ ਅੱਗੇ ਤੁਰ ਜੇ ਗੱਲ ਤਾਂ ਤੁਹਾਡੇ ਵੀ ਕੰਟਰੋਲ 'ਚ ਨਹੀਂ ਰਹਿੰਦੀ, ਤੁਹਾਨੂੰ ਖਿੱਚ ਕੇ ਧੱਕ ਕੇ ਉੱਥੇ ਲੈ ਜਾਂਦੀ ਹੈ ਉਹ ਚੀਜ਼। ਔਰ ਇਸੇ ਕਰਕੇ ਤਾਂ ਜਿਹੜਾ ਇੱਕ ਆਵਾਜ਼ ਵੀ, ਇੱਕ ਈਵਨ ਜੰਗਾਂ ਦੇ ਖਿਲਾਫ ਆਵਾਜ਼ ਵੀ ਦੁਨੀਆ ਭਰ ਦੇ ਵਿੱਚ ਇੱਕ ਇਸੇ ਕਰਕੇ ਡਿਵੈਲਪ ਹੋ ਰਹੀ ਹੈ ਕਿ ਜਦੋਂ ਉਹ ਪਰਮਾਣੂ ਬੰਬਾਂ ਦਾ ਤਜਰਬਾ ਦੇਖਦੇ ਨੇ ਹੀਰੋਸ਼ੀਮਾ ਤੇ ਨਾਗਾਸਾਕੀ ਦਾ, ਆਵਾਜ਼ ਹਕੂਮਤਾਂ ਵੀ ਬਣਾ ਲੈਂਦੀਆਂ ਨੇ। ਤੁਹਾਡੇ ਪੁਤਿਨ ਨੇ ਕੋਈ ਫਿਰ ਵੀ ਲੀਗਲ ਸੈਂਕਸ਼ਨ ਜੀ ਬਣਾ ਲਈ ਕੋਈ ਪਾਰਲੀਮੈਂਟ ਤੋਂ ਕਿ ਜੀ ਅਸੀਂ ਉੱਥੇ ਭੇਜ ਰਹੇ ਹਾਂ ਫੌਜਾਂ, ਕਿਉਂਕਿ ਉੱਥੇ ਦੇ ਆਜ਼ਾਦੀ ਪਸੰਦ ਲੋਕ ਸੀ ਤੇ ਉਹਨਾਂ ਨੂੰ ਮਦਦ ਚਾਹੀਦੀ ਸੀ। ਇਹੀ ਉਹਨੇ ਜਾਰਜੀਆ ਵੇਲੇ ਕੀਤਾ ਸੀ, ਜਦੋਂ ਅਬਖਾਜ਼ੀਆ ਇਹੀ ਕੀਤਾ ਸੀ। ਉਹ ਤਾਂ ਅਮਰੀਕਾ ਵੀ ਉਹ ਤਾਂ ਇਹੀ ਕਰਦਾ ਹੈ। ਹਕੂਮਤਾਂ ਨੂੰ ਚਾਹੀਦੀ ਹੁੰਦੀ, ਅਸੀਂ ਕਿਹੜਾ ਪਾਰਲੀਮੈਂਟ ਤੋਂ ਇਜਾਜ਼ਤ ਲਈ ਸੀ ਵੀ ਪਾਕਿਸਤਾਨ ਦੇ ਉੱਤੇ 에ਅਰ ਸਟ੍ਰਾਈਕ ਕਰਨ ਲੱਗੇ ਆ। ਹਕੂਮਤਾਂ ਬਾਅਦ ਵਿੱਚ ਇਤਿਹਾਸ ਬਣਾ ਲੈਂਦੀਆਂ ਨੇ, ਪਿਛਲਾ ਇਤਿਹਾਸ ਬਣ ਜਾਂਦਾ। ਮੈਂ ਜਨਤਕ ਪਬਲਿਕ ਓਪੀਨੀਅਨ ਦੀ ਗੱਲ ਕਰ ਰਿਹਾ। ਜੇਕਰ ਪਬਲਿਕ ਓਪੀਨੀਅਨ ਜਿਹੜੀ ਕਾਫੀ ਜਿਹੜੀ ਪਰਮਾਣੂ ਹਥਿਆਰਾਂ ਦੇ ਖਿਲਾਫ ਇਹ ਖਤਮ ਹੋਣੇ ਚਾਹੀਦੇ ਨੇ, ਬਾਕੀ ਦੇ ਨੇ, ਉਸ ਪ੍ਰੈਸ਼ਰ 'ਚ ਥੋੜਾ ਬਹੁਤ ਕੋਈ ਟ੍ਰੀਟੀਜ਼ ਵੀ ਹੁੰਦੀਆਂ ਨੇ, ਪਰ ਉਹਦੇ 'ਚ ਟ੍ਰੀਟੀ 'ਚ ਕੀ ਹੁੰਦਾ ਕਿ ਜਿਹੜੇ ਬੌਸ ਨੇ ਉਹ ਕਹਿੰਦੇ ਨਵੇਂ ਨੂੰ ਨਹੀਂ ਬਣਾਉਣ ਦੇਣਾ, ਸਾਡੇ ਕੋਲ ਤਾਂ ਕਾਇਮ ਰਹੂਗੀ ਨਾ ਬੌਸ ਦੀ। ਜਿਹੜਾ ਉਹ ਕੁਐਸਚਨ ਵੀ ਬਹੁਤ ਬੜਾ ਕੁਐਸਚਨ ਹੈ ਕਿ ਪਰਮਾਣੂ ਹਥਿਆਰਾਂ ਦਾ ਜਿਹੜਾ ਗੱਲ ਹੈ ਜੀ ਤੋਂ ਸਭ ਤੋਂ ਜ਼ਿਆਦਾ ਡਰ ਹੈ ਪਰਮਾਣੂ ਹਥਿਆਰਾਂ ਦੇ ਮਾਮਲੇ ਦੇ ਵਿੱਚ ਇਹ ਹੈ ਕਿ ਸਾਡੇ ਕੋਲ ਹੁਣ 5 ਨੇ ਜਾਂ 7 ਕੰਟਰੀ ਜਾਂ ਇੰਨੇ ਹੋ ਗਏ ਜੀ, ਤੇ ਉਹਨਾਂ ਤੇ ਸੈਂਕਸ਼ਨ ਚਲਾ ਦਿੰਦੇ ਆ, ਦੂਜਿਆਂ ਤੇ ਆਪਣੇ ਜਾਰੀ ਰਹਿਣਗੇ। ਪਤਾ ਨਹੀਂ ਕਿੰਨੇ ਕੁ ਮਸਲੇ ਸੋਲਵ ਕਰ ਰਹੇ ਨੇ, ਦੋਨੋਂ ਪਰਮਾਣੂ ਹਥਿਆਰ ਲਈ ਫਿਰਦੇ ਅਸੀਂ ਵੀ ਤੇ ਪਾਕਿਸਤਾਨ ਨੇ ਕੀ ਸੋਲਵ ਇਹੀ ਰੌਲਾ ਜਿੱਤਾ ਉਹ ਸੋਲਵ ਕਰਦਾ ਹੋ ਜੀ। ਅਮਰੀਕਾ ਕੈਨ ਨਾਟ ਅਫੋਰਡ, ਹੁਣ ਤਾਂ ਅਫਗਾਨਿਸਤਾਨ ਚੋਂ ਮਾਰ ਖਾ ਕੇ ਨਿਕਲੇ ਅਸੀਂ ਜੀ, ਅਫਗਾਨਿਸਤਾਨ ਚੋਂ ਔਰ ਤੁਹਾਨੂੰ ਪਤਾ ਜਿਹੜਾ ਬਾਈਡਨ ਹੈ ਉਹਦੀ ਪਪੂਲੈਰਿਟੀ ਰੇਟ ਜਿਹੜੀ ਹੈਗੀ ਹੈ 35-36 ਤੇ ਤੁਰੀ ਫਿਰਦੀ ਹੈ। ਉਹ ਅਫੋਰਡ ਨਹੀਂ ਕਰ ਸਕਦਾ ਕਿ ਜੰਗ ਦੇ ਵਿੱਚ ਘੇਲ ਕੇ ਕੰਟਰੀ ਨੂੰ ਹੋਰ ਜ਼ਿਆਦਾ ਆਪਣੇ ਪਾਰਟੀ ਦਾ ਤੇ ਆਪਣਾ ਪੱਠਾ ਬਿਠਾਵੇ। ਬਹੁਤ ਸਮਝ ਸੋਚ ਕੇ ਉਹਨਾਂ ਨੂੰ ਵੀ ਐਕਸ਼ਨ ਲੈਣਾ ਪਏਗਾ। ਪੁਟਿਨ ਨੋਜ਼ ਐਵਰੀਥਿੰਗ, ਉਹਨਾਂ ਨੂੰ ਪਤਾ ਹੈ ਕਿ ਇਹ ਕੁਝ ਨਹੀਂ ਕਰ ਸਕਦੇ, ਇਸ ਕਰਕੇ ਉਹ ਪੂਰੇ ਧੜੱਲੇ ਨਾਲ ਜ਼ਮੀਨੀ ਫੌਜਾਂ ਵੀ ਭੇਜ ਰਿਹਾ, ਉੱਪਰੋਂ ਵੀ ਸਟ੍ਰਾਈਕ ਕਰ ਰਿਹਾ। ਉਹ ਕਰੇਗਾ ਜਿੱਥੇ ਤੱਕ ਉਹ ਆਪਣੀ ਜਿਹੜੀ ਨੈਟੋ ਦੀ ਐਕਸਪੈਂਸ਼ਨ ਹੈ ਉਹਦੇ ਬਾਰੇ ਗਰੰਟੀਜ਼ ਲੈ ਕੇ ਹਟੇਗਾ। ਉਸ ਤੋਂ ਇਲਾਵਾ ਉਹ ਕਹਿ ਰਿਹਾ, ਅੱਜ ਬਾਈਡਨ ਦਾ ਹੁਣੀ ਬਿਆਨ ਆਇਆ, ਅਸੀਂ ਫਾਰਮਲੀ ਦੁਬਾਰਾ ਬਾਈਪੋਲਰ ਵਰਲਡ ਵਿੱਚ ਆ ਚੁੱਕੇ ਹਾਂ। 10 ਮਿੰਟ ਪਹਿਲਾਂ ਬਾਈਡਨ ਦਾ ਬਿਆਨ ਆਇਆ ਕਿ ਅਸੀਂ ਰਸ਼ੀਅਨ ਇਕਨੋਮੀ ਕ੍ਰਿਪਲ ਕਰ ਦਿਆਂਗੇ। ਤੁਸੀਂ ਪਤਾ ਨਹੀਂ ਕਦੋਂ ਕ੍ਰਿਪਲ ਕਰਨੇ, ਅਗਲੇ ਨੇ ਤਾਂ ਆਪਣਾ ਕੰਮ ਕਰਕੇ ਨਿਕਲ ਜਾਣਾ ਨਾ, ਬੈਂਕਿੰਗ ਸਟਰਕਚਰਸ ਵਿੱਚੋਂ ਕੱਢ ਕੇ। ਜਾਂ ਰੂਬਲ ਦਾ ਰੇਟ ਜਿਹੜਾ ਉਹ 90 ਤੋਂ ਉੱਤੇ 100 ਟੱਪ ਜਾਏਗਾ। ਪਰ ਰੌਲਾ ਤਾਂ ਪਤਾ ਨਹੀਂ ਹੁਣ ਰਸ਼ੀਅਨ ਪਬਲਿਕ ਦਾ ਵੀ ਕੀ ਹਾਲ ਹੋਣਾ ਨਾ ਜਦੋਂ ਤੁਸੀਂ ਇੰਨਾ ਖਰਚ ਕਰਦੇ ਹੋ। ਔਰ ਈਵਨ ਪੁਤਨ ਨੇ ਵੀ ਚੱਕ ਕੇ ਆਪਣੇ ਆਪ ਦੇ ਨਾਂ ਸੱਤਾ ਲਿਖਾ ਲਈ ਨਾ ਕਿ ਮੈਂ 2036 ਤੱਕ ਹੈਗਾ। ਜਿਹੜੇ ਐਟੀਟਿਊਡ ਨੇ ਮਤਲਬ ਹੁਕਮਰਾਨ, ਮੈਨੂੰ ਬ੍ਰੇਕ ਲਈ ਰੁਕਣਾ ਪੈ ਰਿਹਾ। ਹੁਕਮਰਾਨਾਂ ਨੂੰ ਬਹੁਤ ਕਦੀ ਪਬਲਿਕ ਸਪੋਰਟ ਦੀ ਲੋੜ ਨਹੀਂ ਪਈ ਵਾਰ ਤੇ ਜਾਣ ਲਈ, ਵੀ ਪਬਲਿਕ ਦੀ ਸਪੋਰਟ ਮੈਨੇਜ ਕਰਕੇ ਵਾਰ ਤੇ ਜਾਣਾ, ਇਹਦੀ ਤਾਂ ਹੁਕਮਰਾਨਾਂ ਨੂੰ ਕਦੀ ਲੋੜ ਨਹੀਂ ਪਈ। ਪਰ ਸਾਨੂੰ ਕਿਉਂ ਲਗਾਤਾਰ ਇਹਦੀ ਚਿੰਤਾ ਕਰਨੀ ਚਾਹੀਦੀ ਹੈ? ਤੇ ਮੈਨੂੰ ਤੁਹਾਡੀ ਉਸ ਚਿੰਤਾ ਦਾ ਬਕਾਇਦਾ ਧਿਆਨ ਹੈ ਕਿ ਪੰਜਾਬ ਵਿੱਚ ਸਰਕਾਰ ਕਿਹਦੀ ਬਣੇਗੀ, ਪਰ ਯੂਕਰੇਨ ਵਿੱਚ ਕੀ ਹੋਵੇਗਾ ਤੇ ਪੰਜਾਬ ਵਿੱਚ ਸਰਕਾਰ ਕਿਹਦੀ ਬਣੇਗੀ, ਇਹ ਦੋ ਡਿਬੇਟ ਆਪਸ ਵਿੱਚ ਜਾ ਕੇ ਕਿਵੇਂ ਰਲਦੇ ਨੇ, ਇਹਦੇ ਬਾਰੇ ਜ਼ਰੂਰ ਗੱਲਬਾਤ ਸਾਨੂੰ ਕਰਨੀ ਚਾਹੀਦੀ ਹੈ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਯੂਕਰੇਨ ਦੇ ਵਿੱਚ ਜੋ ਹਾਲਾਤ ਬਣ ਰਹੇ ਨੇ ਤੇ ਉਹਨਾਂ ਹਾਲਾਤਾਂ ਨਾਲ ਅਸੀਂ ਕਿਸ ਤਰੀਕੇ ਨਾਲ ਵਾਬਸਤਾ ਹੋ ਰਹੇ ਹਾਂ, ਜਾਣੇ ਅਣਜਾਣੇ, ਤੇ ਕਈ ਵਾਰੀ ਯੂਕਰੇਨ ਨਾਲ ਉਹਦੇ ਬਾਰੇ ਗੱਲ ਕੀਤੇ ਬਿਨਾਂ ਵੀ ਅਸੀਂ ਪ੍ਰਭਾਵਿਤ ਹੋ ਰਹੇ ਹਾਂ। ਸਾਡੇ ਨਾਲ ਚਰਚਾ ਵਿੱਚ ਸ਼ਾਮਿਲ ਨੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਜੀ ਅਤੇ ਪੋਲੀਟੀਕਲ ਸਾਇੰਸ ਦੇ ਸ਼ੋਬੇ ਨਾਲ ਵਾਬਸਤਾ ਪ੍ਰੋਫੈਸਰ ਮੁਹੰਮਦ ਖਾਲਿਦ ਜੀ। ਹਮੀਰ ਸਿੰਘ ਜੀ, ਕੀ ਅਸੀਂ ਦੁਬਾਰਾ ਬੜੀ ਕਲੀਅਰਲੀ ਇੱਕ ਸ਼ੀਤ ਯੁੱਧ ਦੇ ਵਿੱਚ ਦੁਬਾਰਾ ਜਾ ਰਹੇ ਹਾਂ, ਜਿਹਦੇ ਵਿੱਚ ਇੰਜ ਲੱਗਦਾ ਸੀ ਕਿ ਸਾਡਾ ਵਾਸਤਾ ਟੁੱਟਿਆ ਹੈ, ਤੇ ਕੀ ਇਹ ਥੋੜਾ ਅਜਬ ਕਿਸਮ ਦਾ ਸ਼ੀਤ ਯੁੱਧ ਹੋਵੇਗਾ? ਕਿਉਂਕਿ ਜਿਸ ਵੇਲੇ ਪਹਿਲਾਂ ਵਾਲਾ ਸੀ ਉਹਦੇ ਵਿੱਚ ਤੇ ਘੱਟੋ ਘੱਟ USSR ਕੋਲ ਕੋਈ ਇੱਕ ਪੋਲੀਟੀਕਲ ਆਈਡੀਓਲੋਜੀ ਸੀ। ਇਹ ਜਿਹੜਾ ਰਸ਼ੀਆ ਹੈ ਇਹਦਾ ਕੋਈ ਪ੍ਰੀਟੈਂਸ ਗਲੋਬਲ ਆਈਡੀਓਲੋਜੀ ਦਾ ਨਹੀਂ ਹੈਗਾ। ਕੋਈ ਇਹ ਨਹੀਂ ਹੈ ਕੋਈ ਪ੍ਰੂਸ਼ੀਆ ਦੇ ਪਲੇਨਸ ਦੇ ਵਿੱਚੋਂ ਕੋਈ ਸੋਵੀਅਤ ਟੈਂਕਾਂ ਨੇ ਲੰਘ ਜਾਣਾ, ਦਗੜ ਕਰਦੇ ਆਣਗੇ ਤੇ ਉੱਥੇ ਲੀਚ ਵਲੇਸਾ ਤੱਕ, ਪੋਲੈਂਡ ਤੱਕ ਜਨਤਾ ਜਿਹੜੀ ਆ ਹੰਗਰੀ ਤੱਕ ਡਰੀ ਹੋਵੇਗੀ।
ਨਾ ਕੋਈ ਖਤਰਾ ਨਿਊਕਲੀਅਰ ਆਰਮੈਗਡਾਊਨ ਦਾ ਹੈਗਾ ਵੀ ਐਨ ਚਾਰੇ ਪਾਸੇ ਨਿਊਕਲੀਅਰ ਬੰਬ ਵਰਸਣੇ ਸ਼ੁਰੂ ਹੋ ਜਾਣਗੇ, ਜਿਹੜਾ ਬੇ ਆਫ ਪਿਗਸ ਵੇਲੇ ਜਾਂ ਕਿਊਬਨ ਮਿਜ਼ਾਈਲ ਕ੍ਰਾਈਸਿਸ ਵੇਲੇ ਸੀ। ਇਹਦੇ ਬਾਵਜੂਦ ਜਿਹੜਾ ਰਸ਼ੀਆ ਕੁਝ ਸਮਾਂ ਪਹਿਲਾਂ ਹੀ ਆਪਾਂ ਨੂੰ ਹਿਊਮਿਲੇਟਿਡ ਜਿਹਾ ਵਰਲਡ ਲੈਵਲ ਤੇ ਦਿਖਾਈ ਦੇ ਰਿਹਾ ਸੀ, ਜਿਹੜਾ ਮੁਲਕ ਟੁੱਟ ਗਿਆ, ਮੁਲਕ ਦੇ ਟੁਕੜੇ 15 ਹੋਏ ਹੈ ਨਾ, ਸਾਰੇ ਸਤਾਨ, ਕਿੰਨੇ ਸਤਾਨ ਹੀ ਨਿਕਲਿਆ ਉਹਦੇ ਚੋਂ, ਤਜਾਕਿਸਤਾਨ, ਕਜ਼ਾਕਿਸਤਾਨ, ਕਿਰਗਿਸਤਾਨ, ਇਹ ਸਾਰੇ ਸਤਾਨ ਜਿਹੜੇ ਨੇ। ਹੁਣ ਉਹ ਗਲੋਬਲ ਸਟੇਜ ਦੇ ਉੱਤੇ ਚੌੜਾ ਹੋ ਕੇ ਤੁਰ ਰਿਹਾ, ਪੱਟ ਤੇ ਹੱਥ ਮਾਰ ਕੇ ਨਾਟੋ ਨੂੰ ਧਮਕੀ ਦੇ ਰਿਹਾ ਵੀ ਮਾਈ ਦਾ ਲਾਲ ਜਿੰਨੇ ਇੱਧਰ ਨੂੰ ਵੇਖਿਆ ਤੇ ਉਹ ਤੁਹਾਡੇ ਨਾਲ ਹੋਵੇਗਾ ਜਿਹੜਾ ਤੁਸੀਂ ਕਦੀ ਚਿਤਵਿਆ ਨਹੀਂ। ਇਹ ਉਹਨਾਂ ਦੀ ਭਾਸ਼ਾ ਸੀ ਜਿਹੜੀ ਪੁਤਿਨ ਨੇ ਟੀਵੀ ਤੇ ਬੋਲੀ ਹੈ। ਸੀਰੀਆ ਦੇ ਵਿੱਚ ਉਹ ਐਂਡ ਗੇਮ ਜਿੱਤ ਰਿਹਾ। ਅਫਰੀਕਾ ਦੇ ਵਿੱਚ ਆਪਣੇ ਸਰੋਗੇਟਸ ਦੇ ਥਰੂ, ਆਪਣੇ ਪ੍ਰੋਕਸੀਜ਼ ਦੇ ਥਰੂ ਰਸ਼ੀਆ ਦਾ ਇਨਫਲੂਐਂਸ ਵੱਧ ਚੁੱਕਾ ਹੋਇਆ। ਚਾਈਨਾ ਦੇ ਨਾਲ ਉਹਦਾ ਬੌਂਡ ਹੋਇਆ, ਜਿਹੜੀ ਆ ਹੁਣ ਮੀਟਿੰਗ ਹੋਈ ਆ, ਉਹਨਾਂ ਨੇ ਕਿਹਾ ਪਹਿਲਾਂ ਵਰਗਾ ਕਦੀ ਇਹੋ ਜਿਹਾ ਸਾਡਾ ਆਪਸ ਵਿੱਚ ਪੋਲੀਟੀਕਲ ਬੌਂਡਿੰਗ ਨਹੀਂ, ਇੰਨਾ ਡੀਪ ਸਾਡਾ ਰਿਸ਼ਤਾ ਬਣ ਗਿਆ। ਤੇ ਵੈਸਟ ਦੀ ਸਾਰੀ ਕ੍ਰੈਡੀਬਿਲਿਟੀ ਜੋ ਖਾਲਿਦ ਸਾਹਿਬ ਨੇ ਦੱਸੀ ਹੈ ਕਿੱਦਾਂ ਐਕਸਪੋਜ਼ ਹੋ ਗਈ ਹੈ ਤੇ ਨਾਟੋ ਐਕਸਪੋਜ਼ ਹੋ ਗਈ ਹੈ। ਇਜ਼ ਦਿਸ ਦਾ ਨਿਊ ਕੋਲਡ ਵਾਰ? ਕੀ ਦੁਬਾਰਾ ਤੋਂ ਔਰ ਬੜਾ ਬੈਲੈਂਸ ਆ ਗਿਆ ਤੇ ਇੱਕ ਵਾਰੀ ਉਹ ਮਸਲਾ ਸੋਲਵ ਹੋ ਜਾਵੇ ਵੀ ਯੂਕਰੇਨ ਦੇ ਵਿੱਚ ਕਿੱਥੇ ਕਰਕੇ ਹੋਣਾ ਹੈ? ਤੇ ਮੈਨੂੰ ਲੱਗਦਾ ਵੀ ਜਿਹੜੇ 2 ਕੰਟਰੀ ਨਵੇਂ ਪੁਤਿਨ ਸਾਹਿਬ ਨੇ ਰਾਤ ਨੂੰ ਬਣਾਏ ਨੇ ਪਰਸੋਂ ਬੈਠ ਕੇ, ਉਹ 2 ਕੰਟਰੀ ਤੇ ਹੁਣ ਰਹਿਣਗੇ, ਹੁਣ ਦੁਬਾਰਾ ਉਹ ਕੰਟਰੀ ਨਹੀਂ ਹੋਣਗੇ, ਜਾਂ ਫਿਰ ਪੂਰਾ ਯੂਕਰੇਨ ਹੀ ਨਾ ਕਿਧਰੇ ਅੰਦਰ ਚਲਾ ਜਾਵੇ ਤੇ ਅਖੰਡ ਰੂਸ ਕੋਈ ਬਣ ਜਾਵੇ। ਔਰ ਮੈਨੂੰ ਇਹ ਲੱਗਦਾ ਕਿ ਜਿਹੜੀ ਕੋਲਡ ਵਾਰ ਦਾ ਐਂਡ ਕਦੇ ਵੀ ਨਹੀਂ ਹੋਇਆ ਪ੍ਰੈਕਟੀਕਲੀ, ਤਾਂ ਮਤਲਬ ਉਹਦਾ ਰੂਪ ਬਦਲ ਗਿਆ ਸੀ ਕਿ 2 ਬਾਈਪੋਲਰ ਨਹੀਂ ਦਿਖਾਈ ਦੇ ਰਹੀ ਸੀ ਉਸ ਸਮੇਂ, ਪਰ ਕੋਲਡ ਵਾਰ ਦਾ ਮਤਲਬ ਹੈ ਕਿ ਹਥਿਆਰ ਨਹੀਂ ਬਣਨਗੇ, ਹਥਿਆਰਾਂ ਦੀ ਦੌੜ ਨਹੀਂ ਚੱਲੇਗੀ ਔਰ ਕਦੇ ਵੀ ਡਿਫੈਂਸ ਬਜਟ ਰਿਡਿਊਸ ਨਹੀਂ ਹੋਏ। ਮਤਲਬ ਜਿੰਨਾ ਹਥਿਆਰਾਂ ਤੇ ਖਰਚੇ ਹੋ ਰਹੇ ਸੀ, ਚਾਹੇ ਉਹ ਕਿਸੇ ਨੇ ਪਰਮਾਣੂ ਵਿਸਫੋਟ ਕਰਨਾ, ਚਾਹੇ ਜੋ ਮਰਜ਼ੀ ਬਾਕੀ ਦੇ ਹਥਿਆਰ ਨੇ, ਉਹ ਇੰਨਾ ਕੁ ਹੋ ਗਿਆ ਸੀ ਕਿ ਡਿਵੈਲਪਡ ਕੰਟਰੀ ਆਪਸ 'ਚ ਨਹੀਂ ਕਲੈਸ਼ ਚਾਉਣਗੇ ਤੇ ਬਾਕੀਆਂ ਨੂੰ ਵੰਡਦੇ ਰਹੋ, ਬਾਕੀਆਂ ਨੂੰ ਤਾਂ ਉਸੇ ਰੂਪ 'ਚ ਵੰਡਦੇ ਰਹੇ। ਹੁਣ ਚੇਂਜ ਇਹ ਹੈ, ਚੱਲਦੇ ਬਿਲਕੁਲ ਬਾਈਪੋਲਰ ਦੀ ਤਰ੍ਹਾਂ ਹੁਣ ਬਣਦਾ ਦਿਖਾਈ ਦੇ ਰਿਹਾ ਹੈ। ਔਰ ਪਹਿਲਾਂ ਤਾਂ ਆਈਡੀਓਲੋਜੀਕਲ ਲਾਈਨਸ ਤੇ ਸੀਗਾ ਮੈਨੂੰ ਲੱਗਦਾ, ਪਰ ਹੁਣ ਜਿਹੜਾ ਨਾਨ ਆਈਡੀਓਲੋਜੀਕਲ ਲਾਈਨ ਹੈ ਨਾ, ਵੀ ਆਈਡੀਓਲੋਜੀਕਲ ਡਿਫਰੈਂਸਸ ਵੀ ਤੁਹਾਡੇ ਨਹੀਂ ਹੈ, ਉਦੋਂ ਖਤਰਨਾਕ ਵੀ ਜ਼ਿਆਦਾ ਹੋ ਸਕਦਾ ਕੰਪੈਰੇਟਿਵਲੀ। ਪਹਿਲਾਂ ਘੱਟੋ ਘੱਟ ਕੋਈ ਇਹ ਤਾਂ ਸੀ, ਕੋਈ ਸੁਪਨਾ ਸੀ, ਅਸੀਂ ਤਾਂ ਦੁਨੀਆ ਇਹੋ ਜਿਹੀ ਬਣਾਉਣਾ ਚਾਹੁੰਦੇ ਹਾਂ, ਦੂਜਾ ਕਹਿੰਦਾ ਇਹੋ ਸੀ, ਅਸੀਂ ਕੋਈ ਵਿਚਾਰਕ ਡਿਬੇਟ ਸੀ। ਹੁਣ ਤਾਂ ਕੇਵਲ ਲੜਾਈ ਦਾ ਮਾਮਲਾ, ਤੁਹਾਡਾ ਰਿਸੋਰਸ ਵਾਰ ਦਾ ਜਿਹੜਾ ਇੱਕ ਸਿਸਟਮ ਹੁੰਦਾ, ਮੈਨੂੰ ਲੱਗਦਾ ਕੰਪਲੀਟ ਤਾਂ ਹੁਣ ਵਾਪਸ ਗਏ, ਹੁਣ ਤਾਂ ਜ਼ਾਰਿਸਟ ਰਸ਼ੀਆ ਤੇ ਹੁਣ ਆਇਆ। ਹਾਂ, ਉਹ ਤਾਂ ਹੁਣ ਦੁਬਾਰਾ ਆਇਆ ਨਾ, ਜਿਹੜਾ ਉਸ ਲੈਵਲ ਦੇ ਉੱਤੇ ਹੈ। ਔਰ ਜੇਕਰ ਇਹ ਬਲੌਕ ਇਸੇ ਤਰ੍ਹਾਂ ਬਣਦਾ ਜਾਂਦਾ, ਪਰ ਸਭ ਤੋਂ ਪਹਿਲੀ ਗੱਲ ਤਾਂ ਹੈ ਕਿ ਜੇ ਇੱਕ ਬਲੌਕ ਰਹੇਗਾ ਤਾਂ ਦੂਜਾ ਬਣਨਾ ਸੁਭਾਵਿਕ ਜਿਹਾ ਹੁੰਦਾ ਹੈ। ਜੇ ਨਾਟੋ ਕਾਇਮ ਹੀ ਹੈ, ਉਹਨਾਂ ਨੇ ਆਪਣੇ ਆਪ ਨੂੰ ਇਸ ਲਈ ਤਿਆਰ ਨਹੀਂ ਕੀਤਾ ਵੀ ਹੁਣ ਅਸੀਂ ਕੋਈ ਬਲੌਕ ਬਣਨ ਦੀ ਲੋੜ ਨਹੀਂ, ਹੁਣ ਜਿਹੜੀ ਠੰਡੀ ਜੰਗ ਖਤਮ ਹੋ ਗਈ ਹੈ, ਹੁਣ ਆਪਾਂ ਇਹਨੂੰ ਥੋੜਾ ਜਿਹਾ ਡਿਸਬੈਂਡ ਕਰ ਦਿੰਦੇ ਆ ਜਾਂ ਥੋੜਾ ਜਿਹਾ ਲੂਜ ਕਰ ਦਿੰਦੇ ਆ, ਤਾਂ ਲਾਜ਼ਮੀ ਹੈ ਜੇ ਅੱਜ ਨਹੀਂ ਤੇ ਜਿੰਨਾ ਚਿਰ ਉਹ ਕਮਜ਼ੋਰ ਰਿਹਾ, ਪਰ ਜਦੋਂ ਉਹ ਉਸ ਪੋਜੀਸ਼ਨ ਦੇ ਵਿੱਚ ਆਏਗਾ ਤਾਂ ਉਧਰ ਨੂੰ ਚਲਾ ਜਾਏਗਾ। ਤੁਸੀਂ ਦੋਨੋਂ ਦੇਸ਼ਾਂ ਦੀ ਇੱਕ ਦੇਖੋ ਗੱਲ, ਬੜੀ ਜਲਦੀ ਬਦਲਣ ਵਾਲਾ ਵੀ ਨਹੀਂ। ਚਾਈਨਾ ਵਾਲੇ ਨੇ ਵੀ ਉਮਰ ਭਰ ਆਪਣੀ ਸੱਤਾ, ਜਿਹੜਾ ਐਟੀਟਿਊਡ ਹੈ ਹੁਣ ਇਹਦਾ ਮਤਲਬ ਮੈਂ ਰਾਜਾ ਰਹੂੰਗਾ ਹੀ, ਔਰ ਇਸੇ ਤਰ੍ਹਾਂ ਪੁਤਨ ਨੇ ਵੀ ਇਹ ਕਰ ਲਿਆ ਕਿ 36 ਤੱਕ ਤਾਂ ਆਪਾਂ ਹੈਗੇ ਹੀ ਆ। ਉਹ ਅਲੱਗ ਗੱਲ ਹੈ ਕਿ ਕੁਦਰਤੀ ਤੌਰ ਤੇ ਬੰਦਾ ਇੱਧਰ ਉੱਧਰ ਲਾਈਫ ਟਾਈਮ ਹੀ ਨੇ, ਸਾਰੇ ਲਾਈਫ ਟਾਈਮ ਹੀ ਨੇ। ਪੁਤਿਨ ਸਾਹਿਬ ਵੀ ਲਾਈਫ ਟਾਈਮ ਨੇ, ਸੀ ਜਿਨਪਿੰਗ ਵੀ ਲਾਈਫ ਟਾਈਮ ਹੈ, ਸਾਰੇ ਹਾਂ ਉਹ ਲਾਈਫ ਟਾਈਮ ਵਾਲੇ, ਸਾਡੇ ਵਾਲੇ ਵੀ ਲਾਈਫ ਟਾਈਮ ਹੀ ਬਣਨਾ ਚਾਹ ਰਹੇ ਨੇ। ਇਹਦਾ ਮਤਲਬ ਕੀ ਹੈ ਕਿ ਉਹ ਇੰਨੇ ਲੰਮੇ ਸਮੇਂ ਤੱਕ ਪ੍ਰਭਾਵਿਤ ਕਰਨ ਵਾਲੇ ਨੇ। ਕਈ ਵਾਰ ਤਾਂ ਹੁੰਦਾ ਨਾ ਕਿ ਆਗੂ ਵੀ ਸ਼ਾਇਦ ਚੇਂਜ ਹੋ ਜਾਂਦੇ ਨੇ, ਜਾਂ ਵਿਚਾਰ ਕੋਈ ਚੇਂਜ ਹੋ ਜਾਂਦੇ ਨੇ, ਹੋਰ ਕੋਈ ਸੱਤਾ 'ਚ ਆ ਜਾਂਦੀ ਧਿਰ ਹੈ, ਤਾਂ ਉਹਦੇ ਨਾਲ ਵੀ ਸਾਡੀ ਬਜ਼ੁਰਗੀ ਤੱਕ ਦੇ ਜਿਹੜੇ ਨੇ ਉਹ ਇਹ ਸਮਾਨ ਉਸ ਪੱਧਰ ਦੇ ਉੱਤੇ ਹੈ। ਪਰ ਜੇਕਰ ਉਸੇ ਤਰੀਕੇ ਦੇ ਨਾਲ ਚੱਲੂਗਾ ਜਿਹੜਾ ਹੁਣ ਬਣਾ ਰਹੇ ਨੇ, ਔਰ ਇਹਨਾਂ ਸਾਹਮਣੇ ਪਰ ਦਿੱਕਤ ਸਭ ਤੋਂ ਬੜੀ ਇੱਕ ਹੈਗੀ ਹੈ ਕਿ ਜਿਹੜਾ ਕਾਰਪੋਰੇਟ ਡਿਵੈਲਪਮੈਂਟ ਹੈ ਓਵਰਆਲ, ਕਾਰਪੋਰੇਟ ਡਿਵੈਲਪਮੈਂਟ ਇਹ ਇੱਕ ਪਹਿਲਾਂ ਸਮਝਿਆ ਵੀ ਜਾ ਰਿਹਾ ਸੀ ਵੀ ਜਿਵੇਂ ਜਿਵੇਂ ਕਾਰਪੋਰੇਟ ਡਿਵੈਲਪਮੈਂਟ ਹੋਏਗੀ, ਹਰ ਕੰਪਨੀ ਦਾ ਕਾਰਪੋਰੇਸ਼ਨ ਦੇ ਇੱਕ ਦੂਜੇ ਦੇਸ਼ਾਂ ਦੇ ਵਿੱਚ ਬਿਜ਼ਨਸ ਹੋਏਗਾ, ਸ਼ਾਇਦ ਜੰਗਾਂ ਟਲ ਜਾਣਗੀਆਂ, ਜੰਗਾਂ ਨਹੀਂ ਹੋਣਗੀਆਂ। ਇਸ ਲਈ ਇਹ ਬਹੁਤ ਚੀਜ਼ਾਂ ਦੇ ਮਾਨੇ ਵੀ ਬਦਲ ਰਹੇ। ਗੋਲਡਨ ਆਰਚਿਸ ਥਿਊਰੀ ਕਹਿੰਦੇ ਸੀ ਵੀ ਜਿਹੜੇ 2 ਦੇਸ਼ਾਂ ਦੇ ਵਿੱਚ ਮੈਕਡੋਨਾਲਡ ਹੋਣਗੇ, ਉਹਨਾਂ ਦੀ ਆਪਸ ਵਿੱਚ ਕਦੀ ਜੰਗ ਨਹੀਂ ਹੋਏਗੀ, ਕਦੇ ਜੰਗ ਨਹੀਂ ਹੋਏਗੀ। ਹੁਣ ਤੁਸੀਂ ਦੇਖੋ, ਇੰਟਰਸਟਿੰਗ ਗੱਲ ਇਹ ਆ ਵੀ ਜੰਗ ਵੀ ਹੋ ਰਹੀ ਹੈ, ਪਰ ਉਹਨਾਂ ਦਾ ਬਿਜ਼ਨਸ ਵੀ ਉਵੇਂ ਹੀ ਚੱਲਦਾ। ਸਾਡਾ ਚਾਈਨਾ ਨਾਲ ਹੈ, ਅਸੀਂ ਐਪਸ ਬੰਦ ਕਰ ਦੋ ਜੀ, ਫਲਾਨਾ ਕਰ ਦੋ, ਬਿਜ਼ਨਸ ਤਾਂ ਹੋ ਹੀ ਰਿਹਾ ਉਹਦੇ ਬਾਵਜੂਦ। ਔਰ ਇਸੇ ਤਰ੍ਹਾਂ ਰਸ਼ੀਆ ਦਾ ਵੀ ਕੋਈ ਬੰਦ ਨਹੀਂ ਹੋ ਜਾਣਾ, ਇਹ ਫਾਰ ਦੀ ਟਾਈਮ ਵੀ ਕੋਈ ਚੱਲਦਾ ਰਹੂ। ਪਰ ਪ੍ਰੈਸ਼ਰ ਮੈਨੂੰ ਇਹ ਲੱਗਦਾ ਕਿ ਉਧਰ ਨੂੰ ਜਾਣਾ ਚਾਹੀਦਾ, ਔਰ ਜਾਊਗਾ ਕਿ ਜੰਗ ਨਾ ਹੋਵੇ ਜਾਂ ਲੰਮੀ ਜੰਗ ਨਾ ਹੋਵੇ, ਘੱਟੋ ਘੱਟ ਕਿਸੇ ਨਾ ਕਿਸੇ ਰੂਪ ਦੇ ਵਿੱਚ। ਖਾਲਿਦ ਸਾਹਿਬ ਜਿਹੜੇ ਇਹ ਕਹਿ ਰਹੇ ਨੇ ਵੀ ਜੰਗ ਨਾ ਹੋਵੇ, ਤੁਸੀਂ ਵੀ ਪਹਿਲਾਂ ਕਿਹਾ ਕਿ ਇਸ ਤਰੀਕੇ ਨਾਲ ਦੁਬਾਰਾ ਤੋਂ ਪਾਵਰ ਇਕੁਏਸ਼ਨਸ ਤੈਅ ਹੋ ਜਾਣਗੀਆਂ। ਜਦੋਂ ਵੱਡੇ ਮੁਲਕਾਂ ਦੇ, ਵੱਡੀਆਂ ਤਾਕਤਾਂ ਦੇ ਮੁਫਾਦ ਕਿਸੇ ਜੰਗ ਦੇ ਵਿੱਚ ਹੋਣ, ਫਿਰ ਉਹ ਜੰਗਾਂ ਛੇਤੀ ਕਿਤੇ ਨਹੀਂ ਰੁਕਦੀਆਂ ਹੁੰਦੀਆਂ। ਚਾਈਨਾ ਨੂੰ ਪ੍ਰੋਬਲਮ ਹੈਗੀ ਹੈ ਨਾਟੋ ਨਾਲ, ਚਾਈਨਾ ਨੂੰ ਵੀ US ਨਾਲ ਵੀ ਪ੍ਰੋਬਲਮ ਹੈ, ਚਾਈਨਾ ਨੂੰ UK ਦੇ ਨਾਲ ਵੀ ਪ੍ਰੋਬਲਮ ਹੈ, ਤੇ ਉਹਨੂੰ ਇਹ ਲੱਗ ਰਿਹਾ ਵੀ ਜੇ ਰਸ਼ੀਆ ਤੇ US ਇਹਦੇ 'ਚ ਫਸ ਜਾਂਦੇ ਨੇ, ਜੇ ਰਸ਼ੀਆ ਤੇ ਨਾਟੋ ਇਹਦੇ ਵਿੱਚ ਫਸ ਜਾਂਦੇ ਨੇ, ਤੇ ਘੱਟੋ ਘੱਟ
ਏਸ਼ੀਆ ਪੈਸੀਫਿਕ ਤੋਂ ਤਾਂ ਅਟੈਂਸ਼ਨ ਹਟੇਗੀ ਨਾ, ਇੱਥੇ ਤੇ ਚਾਈਨਾ ਦਾ ਗਲਬਾ ਕਾਇਮ ਰਹੇਗਾ ਨਾ। ਜਿਹੜਾ ਮਤਲਬ ਸਾਰਾ ਯੂਐਸ ਦਾ ਪੁਸ਼ ਟਵਾਰਡਸ ਏਸ਼ੀਆ ਪੈਸੀਫਿਕ ਆ ਰਿਹਾ ਸੀ, ਉਹ ਤੇ ਇੱਕ ਵਾਰੀ ਰੁਕ ਜਾਂਦਾ ਨਾ। ਸੋ ਬੇਸਿਕਲੀ ਸਾਰਾ ਹਰ ਕੋਈ ਆਪਣੀ ਆਪਣੀ ਜ਼ਮੀਨ ਦਾ ਕਬਜ਼ਾ ਰੱਖਣਾ ਚਾਹ ਰਿਹਾ, ਉਹ ਆਪਣੀ ਆਪਣੀ ਜਿਹੜੀ ਟਰਫ ਹੈ ਉਹਨੂੰ ਗਾਰਡ ਕਰ ਰਿਹਾ ਜਾਂ ਉਹਨੂੰ ਵਧਾਉਣਾ ਚਾਹ ਰਿਹਾ। ਇਸ ਕਰਕੇ ਕੀ ਸਪੇਸ ਹੈ ਵਿੱਚ ਡਿਪਲੋਮੈਟਿਕ ਸੋਲੂਸ਼ਨ ਦੀ ਇਸ ਵੇਲੇ, ਔਰ ਵਿਲ ਵੀ ਸੀ ਵਰਸ? ਦੇਖੋ ਐਸਾ ਹੈ 1920s ਦੇ ਵਿੱਚ ਇੱਕ ਬ੍ਰਿਟਿਸ਼ ਜੀਓਗ੍ਰਾਫਰ ਥਾ ਹੈਲਫਰਡ ਜੇ ਮਕਿੰਦਰ ਜੀ, ਬਿਲਕੁਲ। ਉਹਨੇ ਥਿਊਰੀ ਦਿੱਤੀ ਹਾਰਟਲੈਂਡ ਦੀ ਜੀ। ਉਹ ਕਹਿੰਦਾ ਹੂ ਰੂਲਸ ਦਾ ਈਸਟਰਨ ਯੂਰਪ ਹਾਂ। ਰੂਲਸ ਦਾ ਹਾਰਟਲੈਂਡ, ਬਿਲਕੁਲ। ਹੂ ਰੂਲਸ ਦਾ ਹਾਰਟਲੈਂਡ ਰੂਲਸ ਦਾ ਵਰਲਡ ਆਈਲੈਂਡ, ਦੈਟ ਇਜ਼ ਏਸ਼ੀਆ ਐਂਡ ਯੂਰਪ। ਜੀ ਜੀ। ਔਰ ਜਿਹੜਾ ਵਰਲਡ ਰੈਂਡ ਨੂੰ ਆਈਲੈਂਡ ਨੂੰ ਰੂਲ ਕਰਦਾ, ਪੂਰੀ ਵਰਲਡ ਨੂੰ ਰੂਲ ਕਰਦਾ। ਇਸੇ ਬੇਸਿਸ ਤੇ ਗ੍ਰੇਟ ਗੇਮ ਅਫਗਾਨਿਸਤਾਨ ਚ ਸਾਰੀ ਚੱਲਦੀ ਰਹੀ ਗ੍ਰੇਟ ਹੈ। ਗੇਮ ਉਹਦੇ ਬੇਸ ਤੇ, ਗ੍ਰੇਟ ਗੇਮ ਉਹਦੇ ਬੇਸ ਤੇ ਚੱਲੀ, ਆਟੋਮਨ ਐਮਪਾਇਰ ਦੀ ਵੀ। ਇਸੇ ਤਰੀਕੇ ਦੇ ਨਾਲ ਅੱਜ ਆਪਾਂ ਦੇਖੀਏ ਕਿ ਉਹੀ ਚੀਜ਼ ਨੂੰ ਅੱਗੇ ਵਧਾਇਆ ਜਾ ਰਿਹਾ। ਰਸ਼ੀਆ ਨੋਜ਼ ਇਟ ਵੈਰੀ ਵੈਲ ਕਿ ਅਗਰ ਮੈਂ ਇਹ ਸਾਰਾ ਵਰਲਡ ਆਈਲੈਂਡ ਨੂੰ ਜਿਹੜਾ ਹੈਗਾ ਇਹ ਆਪਣੇ ਇਨਫਲੂਐਂਸ ਕਰ ਲੈਣਾ, ਤਾਂ ਵਰਲਡ ਦੇ ਉੱਪਰ ਮੇਰਾ ਇਨਫਲੂਐਂਸ ਹੈ ਹੀ ਹੈ। ਅੱਜ ਜਿਹੜੀ ਲੜਾਈ ਹੈ ਉਹ ਆਈਡੀਓਲੋਜੀ ਦੀ ਲੜਾਈ ਨਹੀਂ ਹੈ। ਵੀ ਆਲ ਐਗਰੀ। ਰਸ਼ੀਆ ਡਸਨਟ ਨੋ, ਰਸ਼ੀਆ ਹੈਜ਼ ਬੀਨ ਟੋਲਡ ਜੇ ਕ੍ਰੀਮੀਆ ਵੇਲੇ ਤੁਸੀਂ ਨਹੀਂ ਬੋਲਦੇ, ਜੇ ਜਾਰਜੀਆ ਵੇਲੇ ਤੁਸੀਂ ਨਹੀਂ ਬੋਲਦੇ, ਤੁਸੀਂ ਕ੍ਰੀਮੀਆ ਅਗਲੇ ਨੇ ਇਦਾਂ ਦੇ ਕੇ ਕੱਢ ਲਿਆ ਬਾਹਰ। ਹਾਂ ਕਿ ਲੋ ਜੀ ਇਹ ਤਾਂ ਇੰਡੀਪੈਂਡੈਂਟ ਹੈ। ਜੀ। ਆ ਦੋ ਜਿਹੜੇ ਸਟੇਟ ਤੁਹਾਡੇ ਅੰਦਰੋਂ, ਜਿਵੇਂ ਕਿ ਤੁਹਾਡਾ ਪੰਜਾਬ ਤੇ ਹਰਿਆਣਾ ਕੋਈ ਹੋਰ ਕੰਟਰੀ ਕਹਿ ਦੇ ਮੈਨੇ ਤਾਂ ਇਹ ਸੈਪਰੇਟ ਸਟੇਟ, ਔਰ ਤੁਸੀਂ ਮੰਨਨੇ ਚੁੱਪ ਕਰਕੇ ਬਹਿ ਗਏ, ਉਹ ਚੀਜ਼ ਹੋਈ ਹੈ। ਆਮ ਸਰਪ੍ਰਾਈਜ਼ ਕਿ ਚਾਈਨਾ ਨੂੰ ਇਹ ਨਹੀਂ ਚਿੰਤਾ ਕਿ ਜੇ ਰਸ਼ੀਆ ਨੇ ਉਹ ਦੋ ਕਰ ਦਿੱਤੇ ਨੇ ਰੈਕੋਗਨਾਈਜ਼, ਤੇ ਐਦਾਂ ਹੀ ਫਿਰ ਤਾਈਵਾਨ ਵੀ ਹੋ ਜਾਣਾ ਕਿਸੇ ਦਿਨ ਰੈਕੋਗਨਾਈਜ਼। ਚਾਈਨਾ ਹੈਜ਼ ਦਾ ਸੇਮ ਪ੍ਰੋਬਲਮ ਵਿਦ ਤਾਈਵਾਨ। ਨਹੀਂ, ਚਾਈਨਾ ਤੇ ਰਸ਼ੀਆ ਦੀਆਂ ਇਨਰ ਮੰਗੋਲੀਆ ਦੇ ਵਿੱਚ ਬੜੀਆਂ ਜ਼ਬਰਦਸਤ ਡਿਫਰੈਂਸਸ ਆਫ ਓਪੀਨੀਅਨ, ਬੜਾ ਜ਼ਬਰਦਸਤ ਹੈ, ਇਨਕਲੂਡਿੰਗ ਤਾਈਵਾਨ ਤਾਈਪੀ ਦੇ ਵਿੱਚ। ਲੇਕਿਨ ਮੈਂ ਜਿਹੜੀ ਗੱਲ ਕਹਿ ਰਿਹਾ ਉਹ ਇਹ ਹੈ ਕਿ ਅੱਜ ਲੜਾਈ ਜਿਹੜੀ ਹੈਗੀ ਹੈ ਬਿਲਕੁਲ ਠੀਕ ਹੈ, ਆਈਡੀਓਲੋਜੀ ਦੀ ਨਹੀਂ ਹੈ। ਅੱਜ ਲੜਾਈ ਹੈਗੀ ਹੈ ਰਿਸੋਰਸਿਸ ਦੀ, ਅੱਜ ਲੜਾਈ ਹੈਗੀ ਹੈ ਇਕਨੋਮਿਕ ਡੋਮੀਨੈਂਸ ਦੀ। ਔਰ ਤੁਸੀਂ ਦੇਖਿਆ ਪੈਂਡੈਮਿਕ ਦੇ ਦਿਨਾਂ ਦੇ ਵਿੱਚ, ਇਹ ਜਿਹੜੇ ਤੁਸੀਂ ਆਪਾਂ ਕੋਲਡ ਵਾਰ ਦੀ ਗੱਲ ਕਰ ਰਹੇ ਹਾਂ, ਇਹ ਪੈਂਡੈਮਿਕ ਦੇ ਦਿਨਾਂ ਵਿੱਚ ਜਿਸ ਵੇਲੇ ਤੁਸੀਂ WHO ਦੇ ਵਿੱਚੋਂ ਚਾਈਨਾ ਨੂੰ ਉਹ ਕਰਦੇ ਹੋ, ਚਾਈਨਾ ਨੂੰ ਇੱਕ ਪਾਸੇ ਕਰਦੇ ਹੋ, ਸਾਰਾ ਯੂਰਪ ਤੇ ਅਮਰੀਕਾ ਇੱਕ ਪਾਸੇ ਹੋ ਜਾਂਦਾ ਹੈ, ਔਰ ਉਹਨੂੰ ਬੁਲੀ ਕਰਦੇ ਹੋ, ਔਰ ਚਾਈਨਾ ਕਹਿੰਦਾ ਸਾਡੇ ਕਰਕੇ ਨਹੀਂ ਹੋ ਗਿਆ, ਉਹ ਕੋਲਡ ਵਾਰ ਦੀ ਹੀ ਨਿਸ਼ਾਨੀ ਹੈ। ਤੁਸੀਂ ਦੇਖੋ ਜਿਹੜੀ ਫਾਲਟ ਲਾਈਨ ਹੈ, ਇਹ ਫਾਲਟ ਲਾਈਨ ਤਾਂ ਉਸ ਵੇਲੇ ਵੀ ਆਪਾਂ ਨੂੰ ਨਜ਼ਰ ਆ ਗਿਆ, ਉਹ ਫਾਲਟ ਲਾਈਨ ਅੱਗੇ ਵਧ ਰਹੀ ਹੈ। ਉਹ ਅੱਗੇ ਵਧ ਕੇ ਉਹ ਫਾਲਟ ਲਾਈਨ ਪਿਊਟਿਨ ਤੇ ਚਾਈਨਾ ਜਾ ਕੇ ਸਿਵਲਾਈਜੇਸ਼ਨਲ ਫਾਲਟ ਲਾਈਨਸ ਹੁੰਦੀਆਂ ਸੀ, ਇਹ ਹੁਣ ਇਕਨੋਮਿਕ ਤੇ ਮਿਲਟਰੀ ਮਾਈਟ ਦੀਆਂ ਫਾਲਟ ਲਾਈਨਸ ਨੇ। ਇਹ ਤਾਂ ਸਟ੍ਰੈਟੇਜਿਕ ਵਾਰਫੇਅਰ ਵੀ ਹੈ। ਇਹ ਜਿਹੜਾ ਹੈਗਾ ਰਿਸੋਰਸਿਸ ਦਾ ਸੋਚਿਆ ਨਹੀਂ ਹੋਣਾ। ਤੁਹਾਨੂੰ ਮੈਂ ਦੱਸਦਾ ਚਾਈਨਾ ਨੇ ਕਿੰਨੇ ਜ਼ਿਆਦਾ ਰਿਸੋਰਸਿਸ ਉੱਪਰ ਜਿਹੜਾ ਹੈਗਾ ਅਫਰੀਕਾ ਦੇ ਵਿੱਚ ਤੇ ਸਾਊਥ ਅਮਰੀਕਾ ਦੇ ਵਿੱਚ ਰਿਸੋਰਸਿਸ ਦੇ ਉੱਪਰ ਕਬਜ਼ਾ ਕੀਤਾ। ਇੱਕ ਗੱਲ ਜ਼ਰੂਰ ਹੈ ਇਹਦੇ 'ਚ, ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਜਿੰਨਾ ਵਰਲਡ ਹੁਣ ਇੰਟਰਡਿਪੈਂਡੈਂਟ ਹੈ ਜੀ, ਉਹ ਕਿੰਨੀ ਦੇਰ ਅਫੋਰਡ ਕਰ ਸਕਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ, ਜਿੰਨੀਆਂ ਪ੍ਰੋਬਲਮਸ ਨੇ। ਅਨਐਮਪਲੋਇਮੈਂਟ ਦੀ ਬਹੁਤ ਸੀਰੀਅਸ, ਸਪੋਰਟਡ ਲਿਬੀਆ ਫॉर ਅ ਲੌਂਗ ਟਾਈਮ, ਸੀਰੀਆ ਫॉर ਅ ਲੌਂਗ ਟਾਈਮ, ਪਿੱਛੇ ਲੌਂਗ ਟਾਈਮ ਹੋ ਚੁੱਕਿਆ ਹੈ। ਸੀਰੀਆ ਉਦੋਂ ਸੋਵਰਨ ਕੰਟਰੀ ਦਾ ਦੌਰ ਸੀ। ਸੋਵਰਨ ਜੇ ਨੈਸ਼ਨਲਿਜ਼ਮ ਕਾਫੀ ਹੱਦ ਤੱਕ ਚੱਲ ਰਿਹਾ ਸੀ ਤੇ ਨੈਸ਼ਨਲਿਜ਼ਮ ਦਾ ਇੱਕ ਸੈਟਅਪ ਵੀ ਸੀਗਾ ਉਸ ਲੈਵਲ ਦੇ ਉੱਤੇ, ਪਰ ਹੁਣ ਨੈਸ਼ਨਲਿਜ਼ਮ ਦਾ ਸੈਟਅਪ ਉਸ ਪੱਧਰ ਦੇ ਉੱਤੇ ਨਹੀਂ ਹੈ। ਔਰ ਨੇਸ਼ਨ ਸਟੇਟਸ ਦਾ ਜਿਹੜਾ ਸੋਵਰਨਟੀ ਆ ਬਹੁਤ ਹੱਦ ਤੱਕ ਸਰੈਂਡਰ ਹੋਈ ਆ ਪਹਿਲਾਂ ਨਾਲੋਂ, ਪਰ ਵੱਡੇ ਦੇਸ਼ ਕਰ ਰਹੇ ਨੇ ਉਹਨੂੰ ਸੋਵਰਨ ਕੰਟਰੀ ਦੇ ਤਰ੍ਹਾਂ ਹੀ ਨੈਸ਼ਨਲਿਜ਼ਮ ਦੇ। ਦੇਖੋ ਇੱਕ ਸਵਾਲ ਨਾ ਖਾਲਿਦ ਸਾਹਿਬ ਜੀ, ਸ਼ਰੀਫ ਦੇ ਬਿਹਾਫ ਤੇ, ਵਿਚਾਰੇ ਗਰੀਬ ਦੇ ਬਿਹਾਫ ਤੇ ਮੈਂ ਪੁੱਛਣਾ ਚਾਹ ਰਿਹਾ ਜੀ ਵੀ ਯੂਕਰੇਨ ਕਿਹਨੂੰ ਡਰਾ ਰਿਹਾ ਸੀ? ਯੂਕਰੇਨ ਤੋਂ ਕਿਹਨੂੰ ਖਤਰਾ ਸੀ? ਉਹਨੇ ਰਸ਼ੀਆ ਦਾ ਕੀ ਵਿਗਾੜ ਦਿੱਤਾ ਸੀ? ਕਿ ਕੋਈ ਮੁਲਕ ਇਸ ਕਰਕੇ ਉਹਦੇ ਤੇ ਬੰਬ ਤੇ ਮਿਜ਼ਾਈਲਾਂ ਡਿੱਗਣੀਆਂ ਸ਼ੁਰੂ ਹੋ ਜਾਣਗੀਆਂ ਤੇ ਉਹ ਕ੍ਰਾਸ ਫਾਇਰ 'ਚ ਫਸ ਜਾਵੇਗਾ, ਕਿਉਂਕਿ ਉਹਦੀ ਜਿਹੜੀ ਜੀਓ ਸਟ੍ਰੈਟੇਜਿਕ ਲੋਕੇਸ਼ਨ ਹੈ ਉਹਦੇ ਤੋਂ ਕਿਸੇ ਡਾਢੇ ਨੂੰ ਡਰ ਲੱਗਦਾ ਹੈ। ਤੇ ਜਦੋਂ ਉਹਦੇ ਨਾਲ ਇਹ ਹੋ ਰਿਹਾ, ਉਹਦੀ ਸੋਵਰਨਿਟੀ ਖੁੱਲ੍ਹ ਕੇ ਵਾਇਲੇਟ ਹੋ ਰਹੀ ਹੈ, ਕੀ ਦੁਨੀਆ ਦਾ ਰਿਐਕਸ਼ਨ ਉਸ ਕਿਸਮ ਦਾ ਹੈ ਜੋ ਕਿਸੇ ਗਰੀਬ ਦੇ ਉੱਤੇ ਹੁੰਦਾ ਹੋਵੇ ਤਾਂ ਹੋਵੇ? ਨਾਟੋ ਵੀ ਆਪਣੇ ਮੁਫਾਦ ਅਨਸਾਰ ਚੱਲ ਰਹੀ ਹੈ, ਰਸ਼ੀਆ ਆਪਣੇ ਮੁਫਾਦ ਅਨਸਾਰ ਚੱਲ ਰਿਹਾ ਹੈ। ਅਸਲ ਦੇ ਵਿੱਚ ਤਾਂ ਇਹ ਸੀ ਕਿ ਉਹਨੂੰ ਬਚਾਇਆ ਜਾ ਰਿਹਾ, ਕੋਈ ਰੋਂਦਾ ਦਿਖਾਈ ਨਹੀਂ ਦਿੰਦਾ ਯੂਕਰੇਨ ਦੇ ਬਿਹਾਫ ਤੇ। ਐਸਪੀ ਸਿੰਘ ਜੀ, ਬਲਕਿ ਐਮਬੋਲਡਨ ਹੋ ਰਿਹਾ ਹੈ, ਰਸ਼ੀਆ ਨੂੰ ਐਮਬੋਲਡਨ ਕੀਤਾ ਜਾ ਰਿਹਾ ਹੈ, ਉਹਦੇ ਨਾਲ ਇੱਕ ਤੋਂ ਇੱਕ ਕੰਟਰੀ ਜੁੜ ਰਿਹਾ ਹੈ। ਸੀਰੀਆ ਨੇ ਆਲਰੇਡੀ ਸਪੋਰਟ ਕਰਤੀ ਹੈ, ਕ੍ਰੋਏਸ਼ੀਆ ਆਲਰੇਡੀ ਸਪੋਰਟ ਕਰ ਰਿਹਾ ਹੈ, ਤੁਹਾਡਾ ਆਪਣੇ ਆਜ਼ਰਬਾਈਜਾਨ ਹੈਗਾ। ਮੈਂ ਵੇਟ ਕਰ ਰਿਹਾ ਤਾਲਿਬਾਨ ਉਹਨੇ ਸਪੋਰਟ ਨਾ ਕਰਦੇ, ਸਾਰੇ ਕੰਟਰੀ ਸਪੋਰਟ ਕਰ ਰਹੇ ਹੈ, ਇਹ ਕੰਟਰੀ ਸਪੋਰਟ ਕਰ ਰਹੇ ਹੈ। ਇਹ ਕਾਊਂਟਰ ਨੈਰੇਟਿਵ ਜਿਹੜਾ ਹੈਗਾ ਉਹ ਬਿਲਡ ਹੋ ਚੁੱਕਿਆ ਹੈ। ਔਰ ਹਾਲਾਂਕਿ ਚਾਹੀਦਾ ਇਹ ਹੈਗਾ ਕਿ ਕਿਸੇ ਵੀ ਕੰਟਰੀ ਦੀ ਸੋਵਰਨ ਟੈਰੀਟਰੀ ਦੇ ਵਿੱਚ ਅਗਰ ਕੋਈ ਵੀ ਇੰਟਰਵੈਂਸ਼ਨ ਹੁੰਦੀ ਹੈ, ਖਾਸ ਤੌਰ ਪਰ ਮਿਲਟਰੀ, ਇਹਦਾ ਮਤਲਬ ਇਹ ਤਾਂ ਉਹੀ ਆਰਗੂਮੈਂਟ ਹੋ ਗਿਆ ਨਾ ਕਿ ਗਰੀਬ ਦਾ ਕੋਈ ਨਹੀਂ। ਇਸ ਦੁਨੀਆ ਦੇ ਵਿੱਚ ਇਹਦਾ ਮਤਲਬ ਇਹ ਹੈ ਕਿ ਜਸਟਿਸ ਨਾਂ ਦੀ ਉਸ ਪੱਧਰ ਦੀ ਕੋਈ ਚੀਜ਼ ਨਹੀਂ। ਜੇ ਯੂਕਰੇਨ ਕਹਿੰਦਾ ਮੈਂ ਇਕੱਲਾ ਹੀ ਰਹੂੰਗਾ ਤੇ ਤੁਸੀਂ ਦੋਨੋਂ ਮੇਰੇ ਨਾਲ ਠੀਕ ਰਹੋ, ਤਾਂ ਦੋਨੋਂ ਨਹੀਂ। ਉਹ ਵੀ ਕਹਿੰਦਾ ਵੀ ਜਾਂ ਤਾਂ ਨਾਟੋ ਚ ਆ ਜਾ
ਜਾਂ ਤਾਂ ਮੇਰੇ ਨਾਲ ਚੱਲ, ਮੇਰੇ ਮੁਤਾਬਕ ਗਵਰਨਮੈਂਟ ਬਣੇਗੀ ਤੇਰੀ। ਜਦੋਂ ਗਵਰਨਮੈਂਟ ਰਿਪਲੇਸ ਹੋਈ ਹੈ ਇਧਰਲੀ ਨਾਟੋ ਅਮਰੀਕਨ ਸਾਈਡ ਤੋਂ, ਉਦੋਂ ਬਾਅਦ ਉਹ ਜ਼ਿਆਦਾ ਅਗਰੈਸ਼ਨ ਹੋਇਆ ਨਾ, ਕਿ ਉਹਨੇ ਕਿਹਾ ਵੀ ਤੇ ਤੁਸੀਂ ਤਾਂ ਇਹ ਕਰ ਰਹੇ ਹੋ, ਤੇ ਉਧਰ ਉਹ ਕਹਿੰਦਾ ਜਾਂ ਮੇਰੇ ਨਾਲ ਆ ਜਾਂ ਤਾਂ ਤੇਰੇ ਬਚਤ ਹੈ। ਇਹਦਾ ਮਤਲਬ ਜ਼ਬਰਦਸਤੀ ਤੁਸੀਂ ਫੋਰਸ ਕਰ ਰਹੇ ਹੋ। ਪੰਜਾਬੀ ਚ ਕਹਿੰਦੇ ਆ ਜੀ ਜੋਰਾਵਰ ਦਾ ਸੱਤੀ ਵੀਹੀ 100, ਤੇ ਉਹ ਹੋ ਰਿਹਾ। ਮੈਂ ਨਾ ਮਤਲਬ ਉਹ ਕਈ ਵਾਰੀ ਸੋਚਦੇ ਆ ਵੀ ਕਿੱਥੋਂ ਤੱਕ ਵਾਰ ਸਾਡੇ ਨੇੜੇ ਆਂਦੀ ਚੀਜ਼ਾਂ ਨੂੰ। ਇਹ ਤਾਂ ਕ੍ਰੀਮੀਆ ਦਾ ਹੁਣ ਹੋਇਆ ਨਾ, ਤੇ ਪੁਰਾਣੀ ਕ੍ਰੀਮੀਆ ਯਾਦ ਕਰੋ, ਮਿਡ 19th ਸੈਂਚਰੀ ਵਾਲੀ 1850 ਵਾਲੀ ਜਿਹੜੀ ਕ੍ਰੀਮੀਅਨ ਵਾਰ ਸੀ। ਕ੍ਰੀਮੀਅਨ ਵਾਰ, ਉਹਦੇ ਵਿੱਚ ਟੋਲਸਟੋਏ ਨੌਜਵਾਨ ਫੌਜੀ ਅਫਸਰ ਵਾਰ ਵਿੱਚ ਜਾਂਦਾ ਹੈ, ਜਿਹਦੇ ਵਿੱਚ ਉਹ ਟੇਲਸ ਆਫ ਸਵੈਸਤਾਪੂਲ ਵਗੈਰਾ ਲਿਖਦਾ, ਤੇ ਉਹ ਉਧਰੋਂ ਵਾਰ ਦੇ ਵਿੱਚੋਂ ਇੱਕ ਇਹੋ ਜਿਹਾ ਇਨਸਾਨ ਬਣ ਕੇ ਬਾਹਰ ਆਉਂਦਾ ਜਿਹੜਾ ਬਾਅਦ ਵਿੱਚ ਯਾਸਨਾ ਜਾਂ ਪੋਲੀਆਨਾ 'ਚ ਬਹਿ ਕੇ ਵਾਰ ਐਂਡ ਪੀਸ ਵਰਗਾ ਸਾਡੇ ਲਈ ਨਾਵਲ ਲਿਖਦਾ, ਜਿਹੜਾ ਸਾਨੂੰ ਇਦਾਂ ਪ੍ਰਭਾਵਿਤ ਕਰਦਾ ਹੈ। ਦੂਜੇ ਪਾਸਿਓਂ ਉਸੇ ਵੇਲੇ ਮਾਰਕ ਟਵੇਨ ਵੀ ਉੱਥੇ ਹੈ, ਜਿਹੜਾ ਇਨੋਸੈਂਟਸ ਐਬਰੋਡ ਲਿਖ ਰਿਹਾ। ਤੇ ਤੀਜਾ, ਉਸ ਵੇਲੇ ਕਿਉਂਕਿ ਕੈਮਰੇ ਹੁੰਦੇ ਨਹੀਂ ਸੀ ਤੇ ਫੌਜ ਦਾ ਹਾਲ ਭੇਜਣਾ ਹੁੰਦਾ ਸੀ, ਤੇ ਇੱਕ ਪੇਂਟਰ ਇੰਗਲੈਂਡ ਤੋਂ ਗਿਆ, ਵਾਲਟਰ ਸਿੰਪਸਨ, ਜਿਹੜਾ ਉਹ ਕ੍ਰੋਨੀਕਲ ਕਰਦਾ ਸੀ ਵਾਰ ਨੂੰ, ਤੇ ਫਿਰ ਵਾਪਸੀ ਤੇ ਆਂਦਾ ਉਹ ਅੰਮ੍ਰਿਤਸਰ ਵੀ ਰੁਕਦਾ ਹੈ, ਤੇ ਅਕਾਲ ਤਖਤ ਤੇ ਬੁੰਗੇ ਦੇਖਦੇ ਬੜਾ ਪ੍ਰਭਾਵਿਤ ਹੁੰਦਾ ਹੈ। ਤੇ ਉਹਦੀ ਪੇਂਟਿੰਗ ਮੈਂ ਦੇਖਦਾ, ਉਹ ਦਰਬਾਰ ਸਾਹਿਬ ਦੇ ਬਾਹਰ ਨਾਲ ਦੁਕਾਨਾਂ ਬਣੀਆਂ ਹੋਈਆਂ, ਉੱਥੇ ਵਾਲਟਰ ਸਿੰਪਸਨ ਦੀ ਪੇਂਟਿੰਗ ਪੁਰਾਤਨ ਅਕਾਲ ਤਖਤ ਸਾਹਿਬ ਦੇ ਬੁੰਗਾ ਦੀ ਸਾਹਿਬ ਦੀ ਪੇਂਟਿੰਗ ਦੇ ਤੌਰ ਤੇ ਵਿਕ ਰਹੀ ਹੁੰਦੀ ਹੈ। ਅਸੀਂ ਬੜੀ ਦੂਰ ਤੱਕ ਜੁੜੇ ਹੁੰਨੇ ਆ। ਯੂਕਰੇਨ ਵੈਸੇ ਕਿੰਨਾ 4000 ਸਾਢੇ ਕੁ 4000 ਕਿਲੋਮੀਟਰ ਹੈਗਾ ਕੀਵ, 3600 ਕਿਲੋਮੀਟਰ ਦਿੱਲੀ ਤੋਂ, ਬਾਇਰ ਜਿਹੜਾ ਰਸਤਾ ਬਣਦਾ ਉਹ 4000 ਕਿਲੋਮੀਟਰ ਹੈ। ਪਰ ਜੇ ਕਣਕ ਦੇ ਰੇਟਾਂ ਦੇ ਉੱਤੇ ਅਸਰ ਪੈ ਜਾਵੇ ਤਾਂ ਤੁਹਾਨੂੰ ਪਤਾ ਲੱਗਿਆ ਕਿ ਦੁਨੀਆ ਦੀ 1/4 ਕਣਕ ਜਿਹੜੀ ਹੈ ਰੂਸ ਤੇ ਯੂਕਰੇਨ ਪੈਦਾ ਕਰਦੇ ਨੇ, ਤਾਂ ਫਿਰ ਇਹ ਬੜੀ ਛੇਤੀ ਤੁਹਾਡੀ ਮਾਰਕੀਟ ਤੱਕ ਜੰਗ ਆ ਸਕਦੀ ਹੈ। ਹਮੀਰ ਜੀ ਨੇ ਦੱਸਿਆ ਕਿ ਪੈਟਰੋਲ ਪੰਪਾਂ ਤੱਕ ਤੇ ਆਲਰੇਡੀ ਪਹੁੰਚ ਗਈ ਹੈ। ਜੇ ਅਸੀਂ ਅਜੇ ਉਸੇ ਹੀ ਜੰਗ ਵਿੱਚ ਫਸੇ ਹੋਏ ਹਾਂ ਕਿ ਸਾਡਾ ਧਿਆਨ ਅਜੇ ਇੱਦਾਂ ਹੀ ਹੈ ਕਿ ਅੰਮ੍ਰਿਤਸਰ ਈਸਟ ਦੀ ਸੀਟ ਤੇ ਕੀ ਹੋਣਾ ਹੈ, ਤੇ ਇਹ ਸਿੱਧੂ ਤੇ ਬਿਕਰਮਜੀਤ ਮਜੀਠੀਏ ਵਾਲੀ ਜਿਹੜੀ ਲੜਾਈ ਹੈ ਇਹ ਬੜੀ ਇੰਟਰਸਟਿੰਗ ਹੈ। ਤਾਂ ਫਿਰ ਇੰਨੀ ਗੁਜ਼ਾਰਿਸ਼ ਹੈ ਕਿ ਦੁਨੀਆ ਦੇ ਵਿੱਚ ਲੋਕਾਂ ਦੇ ਘਰਾਂ ਦੇ ਉੱਤੇ ਡਿੱਗਦੇ ਬੰਬ, ਮਿਜ਼ਾਈਲਾਂ ਵਿੱਚ ਵੀ ਦਿਲਚਸਪੀ ਲਿਆ ਕਰੋ। ਤੁਹਾਡੇ ਦਿਲਚਸਪੀ ਲੈਣ ਨਾਲ ਕਈ ਵਾਰੀ ਫਰਕ ਪੈਂਦਾ। ਦੁਨੀਆ ਵਿੱਚ ਫਰਕ ਇਸ ਤੋਂ ਬਿਨਾਂ ਹੋਰ ਕਿਸੇ ਨੇ ਨਹੀਂ ਨਾ ਪਾਇਆ ਜਿੰਨਾ ਉਹਨਾਂ ਭੀੜਾਂ ਨੇ ਪਾਣਾ ਜਿਹੜੀਆਂ ਮਾਸਕੋ ਦੇ ਬਾਜ਼ਾਰਾਂ ਵਿੱਚ ਐਂਟੀ ਵਾਰ ਸਲੋਗਨ ਲੈ ਕੇ ਨਿਕਲਣਗੀਆਂ। ਉਹ ਸ਼ਾਇਦ ਇੱਥੇ ਨਿਕਲਣਗੀਆਂ ਜਾਂ ਨਹੀਂ, ਯੂ ਵਿਲ ਡਿਸਾਈਡ ਦੈਟ। ਅੱਜ ਲਈ ਇੰਨਾ ਹੀ। ਧੰਨਵਾਦ ਤੇ ਰੱਬ ਰੱਖਾ।